खेत पक चुके हैं, खेत के मालिक से दुआ करो कि भेजे वो मजदूरों को, कि भेजे वो जय मसीह जी, जय मसीह भाजी। जय मसीह की सर, जय मसीह, बहुत बहुत जय मसीह सब ਨੂੰ। ਅੱਜ ਸਾਡੇ ਨਾਲ ਭਾਈ ਪ੍ਰੇਮ ਲਾਲ ਜੀ ਆਏ ਨੇ ਸੁਨਾਮ ਤੋਂ ਤੇ ਕਾਫੀ ਲੰਬਾ ਸਫ਼ਰ ਕਰਕੇ ਆਏ ਨੇ ਤੇ ਭਾਈ ਪ੍ਰੇਮ ਲਾਲ ਜੀ ਕਾਫੀ ਸਮੇਂ ਤੋਂ ਪ੍ਰਭੂ ਦੇ ਵਿੱਚ ਨੇ, ਕਾਫੀ ਸਾਲਾਂ ਤੋਂ ਮੈਂ ਕਹਿ ਸਕਦਾ ਮੇਰੇ ਬੜੇ ਭਾਈ ਨੇ, ਮਸੀਹ ਦੇ ਵਿੱਚ ਬੜੇ ਭਾਈ ਨੇ। ਤੇ ਇਹ ਕਿਸ ਤਰ੍ਹਾਂ ਪ੍ਰਭੂ ਦੇ ਵਿੱਚ ਆਏ, ਕੀ ਇਹਨਾਂ ਦੀ ਬੈਕਗਰਾਉਂਡ ਸੀ ਤੇ ਕਿਉਂ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਕੋਲ ਆਉਣਾ ਪਿਆ, ਭਾਈ ਪ੍ਰੇਮ ਲਾਲ ਜੀ ਤੋਂ ਹੀ ਅਸੀਂ ਪੁੱਛਦੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਸਾਰੇ ਭੈਣ ਭਾਈਆਂ ਦਾ ਮਸੀਹ ਦੇ ਵਿੱਚ ਅਭਿਵਾਦਨ ਕਰਦਾ ਹਾਂ। ਔਰ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਮੇਰੀ ਜ਼ਿੰਦਗੀ ਹੈ ਬਹੁਤ ਜਿਹੀ ਇੱਕ ਗੰਦੀ ਜ਼ਿੰਦਗੀ ਸੀ। ਲੋਕਾਂ ਦੀ ਨਜ਼ਰਾਂ ਦੇ ਵਿੱਚ ਮੈਂ ਬਹੁਤ ਅੱਛਾ ਬੰਦਾ ਸੀ, ਲੇਕਿਨ ਮੇਰੀ ਜਿਹੜੀ ਅੰਦਰਲੀ ਹਾਲਤ ਸੀ, ਜਿਹੜਾ ਅੰਦਰ ਸੀ, ਪੂਰਾ ਗੰਦ ਭਰਿਆ ਹੋਇਆ ਸੀ। ਮੈਂ ਬਹੁਤ ਜਗ੍ਹਾ ਮਤਲਬ ਸਿਆਣਿਆਂ ਦੇ ਵੀ ਘੁੰਮਿਆ, ਜਗਰਾਤੇ ਵੀ ਕੀਤੇ, ਹੋਰ ਬੜੇ ਧਾਰਮਿਕ ਸਥਾਨਾਂ 'ਤੇ ਜਾ ਕੇ ਹੋਰ ਪ੍ਰੋਫੈਸ਼ਨਲ ਪ੍ਰੋਗਰਾਮ ਵੀ ਮੈंने ਕੀਤੇ। ਔਰ ਜਗ੍ਹਾ ਜਗ੍ਹਾ ਜਾ ਕੇ, ਰਾਜਸਥਾਨ ਵੀ ਜਾ ਕੇ, ਹੋਰ ਕਈ ਜਗ੍ਹਾ ਜਾ ਕੇ ਮੈਂ ਰੱਬ ਦੀ ਖੋਜ ਦੇ ਵਿੱਚ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਮਨ ਦੇ ਅੰਦਰ, ਮੇਰੇ ਦਿਲ ਦੇ ਅੰਦਰ ਇੱਕ ਸ਼ਾਂਤੀ ਆ ਜਾਵੇ। ਲੇਕਿਨ ਜਨਵਰੀ 1993 ਦੇ ਵਿੱਚ ਇੱਕ ਪਰਮੇਸ਼ਰ ਦਾਸ ਪਾਸਟਰ ਰਣਵੀਰ ਮਸੀਹ ਉਹ ਮੇਰੇ ਕੰਟੈਕਟ ਦੇ ਵਿੱਚ ਆਇਆ ਤੇ ਉਹਨਾਂ ਨੇ ਇੱਕ ਮੀਟਿੰਗ ਰੱਖੀ ਰੇਲਵੇ ਕੁਆਟਰਾਂ ਦੇ ਵਿੱਚ, ਸੁਨਾਮ ਦੇ ਵਿੱਚ। ਤੇ ਉੱਥੇ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਕਿ ਤੁਸੀਂ ਸਾਡੀ ਸੰਗਤੀ ਦੇ ਵਿੱਚ ਆਓ। ਹਾਂਜੀ। ਤੇ ਮੈਂ ਉੱਥੇ ਚਲਾ ਗਿਆ। ਦੋ ਇੱਕ ਗੀਤ ਗਾ ਕੇ ਉਹਨਾਂ ਨੇ ਪਰਮੇਸ਼ਰ ਦਾ ਵਚਨ ਜਿਹੜਾ ਸ਼ੁਰੂ ਕੀਤਾ। ਜਦੋਂ ਵਚਨ ਪ੍ਰਚਾਰ ਕੀਤਾ ਉਹਨਾਂ ਨੇ, ਮੈਂ ਦੇਖਦਾ ਗਿਆ ਤੇ ਜਦੋਂ ਉਹਨਾਂ ਨੇ ਇੱਕ ਵਚਨ ਜਿਹੜਾ ਹੈ ਸਰਵ ਕੀਤਾ, ਐ ਬੋਝ ਦੇ ਥੱਕੇ ਮਨ ਦੇ ਲੋਗੋ ਮੇਰੇ ਪਾਸ ਆਓ, ਮੈਂ ਤੁਹਾਨੂੰ ਵਿਸ਼ਰਾਮ ਦੇਵਾਂਗਾ। ਇਹ ਵਚਨ ਜਿਹੜਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਟੱਚ ਕਰ ਗਿਆ। ਔਰ ਮੈਨੇ ਸੋਚਿਆ ਕਿ ਮੈਂ ਹੀ ਇੱਕ ਬੋਝ ਦੇ ਵਿੱਚ ਥੱਕਿਆ ਮੰਨਦਾ ਹਾਂ, ਰੱਬ ਮੈਨੂੰ ਹੀ ਪੁਕਾਰ ਰਿਹਾ ਹੈ ਤੇ ਮੈਨੂੰ ਲੋੜ ਹੈ ਕਿ ਮੈਂ ਯਿਸੂ ਮਸੀਹ ਦੇ ਕੋਲ ਜਾਵਾਂ। ਜਿਹੜੀ ਸ਼ਾਂਤੀ ਯਿਸੂ ਮਸੀਹ ਮੈਨੂੰ ਦੇਣਾ ਚਾਹੁੰਦਾ, ਮੈਂ ਉਸ ਸ਼ਾਂਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਵਾਂ ਤਾਂ ਕਿ ਮੇਰੀ ਜ਼ਿੰਦਗੀ ਸਹੀ ਤਰੀਕੇ ਨਾਲ ਚੱਲ ਸਕੇ। ਤੇ ਮੈਂ ਆਪਣਾ ਡਿਸੀਜਨ ਲਿੱਤਾ ਤੇ ਮੈਂ ਕਿਹਾ ਠੀਕ ਹੈ, ਅੱਜ ਤੋਂ ਬਾਅਦ ਮੈਂ ਪ੍ਰਭੂ ਯਿਸੂ ਮਸੀਹ ਨੂੰ ਹੀ ਗ੍ਰਹਿਣ ਕਰਾਂਗਾ, ਕਿਉਂਕਿ ਸ਼ਾਂਤੀ ਦਾਤਾ ਉਹ ਹੀ ਹੈ, ਮੁਕਤੀ ਦਾਤਾ ਹੋਈ ਹੈ, ਤੇ ਮੈਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਵਾਂਗਾ। ਤੇ ਮੈਂ ਘਰ ਆ ਕੇ ਮੇਰੀ ਵਾਈਫ ਨੂੰ ਕਿਹਾ ਕਿ ਹੁਣ ਆਪਾਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਾਂਗੇ। ਲੇਕਿਨ ਮੇਰੀ ਮਿਸਿਜ ਬੋਲੀ ਕਿ ਤੁਸੀਂ ਗ੍ਰਹਿਣ ਕਰੋ, ਮੈਂ ਜਿੱਥੇ ਹਾਂ ਉੱਥੇ ਸਹੀ ਹਾਂ। ਮੈਨੇ ਉਹਨੂੰ ਕਿਹਾ ਵੀ ਨਹੀਂ, ਇੱਦਾਂ ਠੀਕ ਨਹੀਂ ਹੈ ਕਿ ਮੈਂ ਕਿਸੇ ਹੋਰ ਪਾਸੇ ਜਾਵਾਂ, ਤੁਸੀਂ ਕਿਸੇ ਹੋਰ ਪਾਸੇ ਜਾਵਾਂ, ਫਿਰ ਇਹ ਜ਼ਿੰਦਗੀ ਸਹੀ ਨਹੀਂ ਚੱਲਣੀ। ਚਲੋ ਫਿਰ ਸ਼ਾਂਤ ਜਾ ਹੋ ਗਿਆ ਕੁਛ ਦਿਨ ਮਾਹੌਲ। ਕੁਛ ਦਿਨ ਪੈ ਕੇ ਫਿਰ ਪਾਸਟਰ ਰਣਵੀਰ ਮਸੀਹ ਆਏ ਤੇ ਉਹਨਾਂ ਨੇ ਫਿਰ ਸਾਨੂੰ ਸੱਦਾ ਦੇ ਦਿੱਤਾ ਕਿ ਤੁਸੀਂ ਆਓ ਜੀ। ਮੈਂ ਆਪਣੀ ਪਤਨੀ ਨੂੰ ਬੋਲਿਆ ਆਓ ਆਪਾਂ ਸੰਗਤ ਚੱਲੀਏ। ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਿਆਰ ਹੋ ਗਈ ਤੇ ਅਸੀਂ ਚਲੇ ਗਏ ਤੇ ਉੱਥੇ ਮੀਟਿੰਗ ਕੀਤੀ ਤੇ ਉਹਨੇ ਮਤਲਬ ਗੀਤ ਗਾਏ, ਵਚਨ ਪ੍ਰਚਾਰ ਕੀਤਾ। ਇਹ ਸੁਨਾਮ ਦੇ ਵਿੱਚ ਆਏ ਸੀਗੇ ਜੀ ਸਰ, ਸੁਨਾਮ ਦੇ ਵਿੱਚ। ਹਾਂਜੀ। ਤੇ ਫਿਰ ਉੱਥੇ ਜਾ ਕੇ ਜਿਹੜਾ ਹੈ ਗੀਤ ਗਾਏ, ਵਚਨ ਪੜ੍ਹਿਆ, ਤਾਂ ਪ੍ਰਾਰਥਨਾ ਸਮਾਪਤ ਕੀਤੀ। ਪ੍ਰਾਰਥਨਾ ਸਮਾਪਤ ਕਰਨ ਤੋਂ ਬਾਅਦ ਜਦੋਂ ਅਸੀਂ ਘਰ ਆਏ ਤਾਂ ਮੇਰੀ ਪਤਨੀ ਨੇ ਵੀ ਕਿਹਾ ਅੱਜ ਤੋਂ ਬਾਅਦ ਅਸੀਂ ਯਿਸੂ ਮਸੀਹ ਨੂੰ ਹੀ ਗ੍ਰਹਿਣ ਕਰਾਂਗੇ। ਤੇ ਮੇਰੇ ਦਿਲ ਦੀ ਖੁਸ਼ੀ ਜਿਹੜੀ ਹੈ ਕੋਈ ਟਿਕਾਣਾ ਨਹੀਂ ਰਿਹਾ। ਮੈਨੇ ਸੋਚਿਆ ਵੀ ਆਹ ਥੋੜ੍ਹਾ ਜਿਹਾ ਵਧੀਆ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਮਤਲਬ ਸੰਗਤ ਜਾਣ ਲੱਗ ਗਏ। ਜਨਵਰੀ ਨੂੰ ਥੋੜ੍ਹੇ ਦਿਨ ਹੀ ਹੋਏ, ਅਸੀਂ 3-4 ਮੀਟਿੰਗਾਂ ਹਜੇ ਅਟੈਂਡ ਕੀਤੀਆਂ ਸੀ
ਉਹਨਾਂ ਦਿਨਾਂ ਦੇ ਵਿੱਚ 25 ਜਨਵਰੀ ਨੂੰ ਪਾਸਟਰ ਰਣਬੀਰ ਮਸੀਹ ਆਏ ਕਿ ਮੈਨੂੰ ਪਰਮੇਸ਼ਰ ਦੇ ਆਤਮਾ ਨੇ ਕਿਹਾ ਮੈਂ ਤੁਹਾਨੂੰ ਬਪਤਿਸਮਾ ਦੇਣਾ ਹੈ। ਅੱਛਾ ਜੀ। ਤੇ ਮੈंने ਕਿਹਾ ਵੀ ਠੀਕ ਹੈ, ਅਸੀਂ ਤਿਆਰ ਹਾਂ, ਦੇ ਦਿਓ। ਹੂੰ ਉਹਨਾਂ ਨੇ ਮੈਨੂੰ ਬਪਤਿਸਮਾ ਦੇ ਦਿੱਤਾ ਤੇ ਮੈਨੂੰ ਤੇ ਮੇਰੀ ਮਿਸਿਜ ਨੂੰ 26 ਜਨਵਰੀ 1993 ਦੇ ਨੂੰ ਸਾਨੂੰ ਬਪਤਿਸਮਾ ਦੇ ਦਿੱਤਾ। ਹੂੰ ਤੇ ਕੁਝ ਵਿਸ਼ਵਾਸੀ ਲੋਕ ਇਹ ਗੱਲ ਕਹਿਣ ਲੱਗ ਗਏ ਵੀ ਤੁਸੀਂ ਬਹੁਤ ਜਲਦੀ ਇਹਨੂੰ ਬਪਤਿਸਮਾ ਦੇ ਦਿੱਤਾ, ਜੇ ਬੈਕਸਲਾਈਡ ਹੋ ਗਿਆ ਤਾਂ ਬਹੁਤ ਜ਼ਿਆਦਾ ਮਤਲਬ ਪੰਗਾ ਪਵੇਗਾ। ਹੂੰ ਲੇਕਿਨ ਅਸੀਂ ਆਪਣੇ ਮਨ ਦੇ ਵਿੱਚ ਇਹ ਡਿਸੀਜਨ ਲੈ ਚੁੱਕੇ ਸੀ। ਹੂੰ ਅਸੀਂ ਆਪਣੇ ਘਰ ਦੇ ਵਿੱਚੋਂ ਜਿੰਨੀਆਂ ਵੀ ਤਸਵੀਰਾਂ ਸੀ, ਜੋ ਵੀ ਕੁਛ ਸੀ, ਸਾਰਾ ਚੱਕ ਕੇ ਅਸੀਂ ਕਿਸੇ ਘਰ ਦੇ ਵਿੱਚ ਪਹੁੰਚਾ ਦਿੱਤਾ ਵੀ ਭਾਈ ਅਸੀਂ ਹੁਣ ਇਹਨਾਂ ਨੂੰ ਮੰਨਦੇ ਨਹੀਂ, ਨਾ ਅਸੀਂ ਇਹਨਾਂ ਦੀ ਬੇਅਦਬੀ ਕਰਨਾ ਚਾਹੁੰਦੇ ਹਾਂ। ਤੇ ਅਸੀਂ ਉਹਨਾਂ ਨੂੰ ਸਾਰਾ ਫੋਟੋਆਂ ਵਗੈਰਾ, ਜੋ ਮੰਦਿਰ ਮੇਰਾ ਬਣਾਇਆ ਸੀ, ਇੱਕ ਸ਼ਿਵ ਜੀ ਦਾ ਮੰਦਿਰ ਬਣਾਇਆ ਸੀ ਜਿਹਨੂੰ ਮੈਂ ਸਵੇਰੀ ਮਤਲਬ ਦੁੱਧ ਦੇ ਵਿੱਚ ਨਲਾ ਕੇ, ਆਪ ਨਹਾ ਧੋ ਕੇ ਉਹਨੂੰ ਕੱਚੇ ਦੁੱਧ ਦੀ ਲੱਸੀ ਨਾਲ ਨਲਾ ਕੇ ਫਿਰ ਮੈਂ ਬ੍ਰੇਕਫਾਸਟ ਕਰਦਾ ਹੁੰਦਾ ਸੀ। ਤੇ ਫਿਰ ਮੈਂ ਉਹਨਾਂ ਨੂੰ ਉਹ ਦੇ ਦਿੱਤਾ ਤੇ ਮੈਂ ਕਿਹਾ ਭਾਈ ਹੁਣ ਮੈਂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ ਤੇ ਹੁਣ ਮੈਂ ਯਿਸੂ ਮਸੀਹ ਦੇ ਨਾਲ ਚੱਲਾਂਗਾ, ਚਾਹੇ ਮੈਂ ਜੀਵਾਂ ਮਰਾਂ ਜੋ ਮਰਜ਼ੀ ਕਰਾਂ, ਪ੍ਰਭੂ ਯਿਸੂ ਮਸੀਹ ਦੇ ਨਾਲ ਹੀ ਚੱਲਾਂਗਾ। ਤੁਸੀਂ ਯਾਨੀ ਕਿ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ ਕਿ ਸੱਚਾ ਪਰਮੇਸ਼ਵਰ ਉਹੀ ਹੈ। ਬਿਲਕੁਲ। ਉਸ ਤੋਂ ਪਹਿਲਾਂ ਤੁਸੀਂ ਜਗਰਾਤੇ ਵੀ ਕਰਦੇ ਸੀ, ਹਾਂ, ਹੋਰ ਪੂਜਾ ਪਾਠ ਵੀ ਕਰਦੇ ਸੀ। ਜੀ ਸਰ, ਜੀ ਸਰ। ਜਿਸ ਤਰ੍ਹਾਂ ਲੋਕੀ ਹਰ ਪਾਸੇ ਕਰਦੇ ਤੁਰੇ ਰਹਿੰਦੇ ਆ। ਹਾਂ ਜੀ, ਹਾਂ ਜੀ। ਕੋਈ ਵੀ ਕਹਿ ਦਿੰਦਾ ਚਲੋ ਜੀ ਉੱਧਰ ਜਾਂਦੇ ਆ, ਉੱਧਰ ਜਾਂਦੇ ਆ। ਬਿਲਕੁਲ ਸਰ, ਬਿਲਕੁਲ। ਤੇ ਤੁਹਾਡਾ ਜੀਵਨ ਵੀ ਇਦਾਂ ਦਾ ਹੀ ਸੀ। ਬਿਲਕੁਲ ਸਰ, ਬਿਲਕੁਲ। ਤੇ ਹੋਰ ਵੀ ਬਹੁਤ ਬੁਰਾਈਆਂ ਛਿਪੀਆਂ ਹੋਈਆਂ ਸੀ ਇਹਦੇ ਵਿੱਚ। ਹਾਂਜੀ ਹਾਂਜੀ। ਲੇਕਿਨ ਗੱਲ ਕੀ ਹੈ ਕਿ ਸੱਚੇ ਪਰਮੇਸ਼ਰ ਨੂੰ ਜਾਣਨ ਦੇ ਲਈ ਲੋਕ ਕਿਤੇ ਕਿਤੇ ਜਾਂਦੇ ਨੇ। ਸੱਚਾ ਪਰਮੇਸ਼ਰ ਤੁਹਾਡੇ ਦਿਲ ਵਿੱਚ ਹੀ ਵਾਸ ਕਰਦਾ, ਲੇਕਿਨ ਤੁਹਾਨੂੰ ਦੇਖਣ ਦੀ ਲੋੜ ਆ ਉਸਨੂੰ। ਹੂੰ ਔਰ ਸੱਚਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹੈ ਜਿਹਨੇ ਪੂਰੀ ਦੁਨੀਆ ਦੀ ਖਾਤਰ ਆਪਣਾ ਲਹੂ ਬਹਾ ਦਿੱਤਾ ਹੂੰ ਸਲੀਬ ਉੱਤੇ ਜਾ ਕੇ। ਹੂੰ ਤਈਓ ਉਹਨੇ ਕਿਹਾ ਕਿ ਐ ਬੋਝ ਦੇ ਥੱਕੇ ਮਨ ਦੇ ਲੋਗੋ ਮੇਰੇ ਪਾਸ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਬਿਲਕੁਲ ਬਿਲਕੁਲ। ਹਾਂਜੀ। ਉਸ ਤੋਂ ਬਾਅਦ ਜਦੋਂ ਅਸੀਂ ਗ੍ਰਹਿਣ ਕੀਤਾ ਤੇ ਫਿਰ ਅਸੀਂ ਮਤਲਬ ਬਪਤਿਸਮਾ ਲੈ ਕੇ ਤੇ ਫਿਰ ਅਸੀਂ ਪ੍ਰਾਰਥਨਾ ਵਿੱਚ ਲੱਗ ਗਏ। ਉਸ ਤੋਂ ਬਾਅਦ ਵੀ ਬਹੁਤ ਮੁਸੀਬਤਾਂ ਆਈਆਂ, ਬਹੁਤ ਦੁੱਖ ਆਏ, ਸੰਕਟ ਆਏ। ਕਈ ਵਾਰੀ ਚਾਹ ਬਣਾਉਣ ਲਈ ਵੀ ਪੈਸੇ ਨਹੀਂ ਹੁੰਦੇ ਸੀ। ਨਹੀਂ, ਉਸ ਟਾਈਮ ਤੁਸੀਂ ਕੋਈ ਜੌਬ ਵਗੈਰਾ ਕਰਦੇ ਸੀ, ਨਹੀਂ ਕਰਦੇ ਸੀ? ਉਸ ਟਾਈਮ ਜੌਬ ਤਾਂ ਮੈਂ ਕਰਦਾ ਸੀ, ਮੈਨੂੰ 826 ਕੁ ਰੁਪਏ ਸੈਲਰੀ ਮਿਲਦੀ ਸੀ। ਅੱਛਾ। ਜਨਰਲ ਇੰਸ਼ੋਰੈਂਸ ਕੰਪਨੀ ਚ? ਹਾਂ ਜੀ, ਹਾਂ ਜੀ, ਹਾਂ ਅੱਛਾ ਜੀ ਸਰ, ਜੀ ਸਰ। ਅੱਛਾ, ਤੁਸੀਂ ਫਿਰ ਪ੍ਰਭੂ ਨੂੰ ਗ੍ਰਹਿਣ ਕੀਤਾ ਤੇ ਤੁਹਾਡੇ ਰਿਸ਼ਤੇਦਾਰ ਵਗੈਰਾ ਤੁਹਾਨੂੰ ਕਹਿੰਦੇ ਹੋਣਗੇ ਵੀ ਆਹ ਤੁਸੀਂ ਕੀ ਕੰਮ ਕੀਤਾ? ਹਾਂ ਜੀ, ਹਾਂ। ਪ੍ਰਭੂ ਚ ਆਉਣ ਤੋਂ ਬਾਅਦ ਜਿਹੜਾ ਹੈ ਮੇਰੇ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਛੱਡਤਾ, ਸਮਾਜ ਨੇ ਮੈਨੂੰ ਛੱਡਤਾ, ਪੂਰੇ ਸਮਾਜ ਨੇ ਕਿ ਤੂੰ ਧਰਮ ਚੇਂਜ ਕਰ ਲਿਆ ਤੇ ਹੁਣ ਤੇਰਾ ਸਾਡੇ ਨਾਲ ਕੋਈ ਸੰਬੰਧ ਨਹੀਂ। ਈਵਨ ਇੱਥੋਂ ਤੱਕ 6 ਮੇਰੀਆਂ ਸਿਸਟਰਾਂ ਨੇ, ਇੱਕ ਮੇਰਾ ਬ੍ਰਦਰ ਹੈ, ਉਹਨਾਂ ਨੇ ਵੀ ਮੇਰਾ ਵਿਰੋਧ ਕੀਤਾ, ਮੇਰੇ ਮੰਮੀ ਡੈਡੀ ਨੇ ਵੀ ਮੇਰਾ ਵਿਰੋਧ ਕੀਤਾ। ਲੇਕਿਨ ਮੈਂ ਉਹਨਾਂ ਨੂੰ ਕਿਹਾ ਮੈਂ ਧਰਮ ਨਹੀਂ ਚੇਂਜ ਕੀਤਾ, ਮੈਂ ਸਿਰਫ ਆਪਣੇ ਜੀਵਨ ਨੂੰ ਬਦਲਿਆ। ਜਿਹੜੀਆਂ ਮੇਰੀਆਂ ਬੁਰਾਈਆਂ ਨੇ ਉਹ ਮੈਂ ਯਿਸੂ ਮਸੀਹ ਨੂੰ ਸੌਂਪ ਦਿੱਤੀਆਂ ਤੇ ਹੁਣ ਮੈਨੂੰ ਅੱਛਾ ਜੀਵਨ ਮਿਲ ਗਿਆ। ਬੁਰਾਈਆਂ ਮਤਲਬ ਕੀ ਕਰਦੇ ਸੀ ਤੁਸੀਂ? ਸ਼ਰਾਬ ਪੀਂਦੇ ਸੀ? ਸ਼ਰਾਬ ਪੀਂਦੇ, ਹੋਰ ਨਸ਼ੇਬਾਜ਼ੀਆਂ ਕਰਦੇ, ਜਿਹੜੀਆਂ ਗੱਲਾਂ ਮੇਰੇ ਘਰਦਿਆਂ ਨੂੰ ਨਹੀਂ ਪਤਾ ਸੀ, ਮੈਂ ਉਹ ਗੱਲਾਂ ਕਰਦਾ ਸੀ। ਲੇਕਿਨ ਮਸੀਹ ਦਾ ਜਦੋਂ ਯਿਸੂ ਮਸੀਹ ਮੇਰੀ ਜ਼ਿੰਦਗੀ 'ਚ ਆਇਆ ਤਾਂ ਇਹ ਸਭ ਗੱਲਾਂ ਜਿਹੜੀਆਂ ਸਾਫ਼ ਹੋ ਗਈਆਂ। ਔਰ ਮੈਂ ਫਿਰ ਵਚਨ ਪੜ੍ਹਿਆ, ਵਚਨ 'ਚੋਂ ਬਹੁਤ ਕੁਝ ਦੇਖਿਆ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਯਿਸੂ ਮਸੀਹ ਜਿਹੜਾ ਹੈ ਪੂਰੀ ਦੁਨੀਆ ਦਾ ਮੁਕਤੀਦਾਤਾ ਹੈ। ਜਿਹੜਾ ਧਰਮ ਸ਼ਾਸਤਰ, ਪਵਿੱਤਰ ਸ਼ਾਸਤਰ ਬਾਈਬਲ ਹੈ, ਸਭ ਤੋਂ ਪੁਰਾਣਾ ਔਰ ਸਭ ਤੋਂ ਸ੍ਰਿਸ਼ਟੀ ਦੀ ਉਤਪਤੀ ਤੋਂ ਲੈ ਕੇ ਜਦੋਂ ਸ੍ਰਿਸ਼ਟੀ ਰਚੀ ਗਈ ਹੈ ਉਸ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ, ਇਸ ਤੋਂ ਮਤਲਬ ਜਿੰਨੀ ਸਿੱਖਿਆ ਬਾਈਬਲ ਦੇ ਵਿੱਚ ਮਿਲਦੀ ਆ ਕਿਸੇ ਵੀ ਸ਼ਾਸਤਰ 'ਚ ਨਹੀਂ ਮਿਲ ਸਕਦੀ। ਤੁਸੀਂ ਇਹਨੂੰ ਪੜ੍ਹੋ ਔਰ ਫਿਰ ਇਹਨੂੰ ਮਨਨ ਕਰੋ ਔਰ ਪਰਮੇਸ਼ਰ ਦੇ ਚਰਨਾਂ 'ਚ ਬੈਠੋ ਤਾਂ ਮੈਂ ਠੋਕ ਕੇ ਕਹਿ ਸਕਦਾ ਹਾਂ ਕਿ ਜ਼ਿੰਦਗੀ ਜਿਹੜੀ ਹੈ ਪ੍ਰਭੂ ਯਿਸੂ ਮਸੀਹ ਦਾ ਹੈ। ਹਾਲੇਲੂਇਆ। ਇਹ ਕਿਹੜੇ ਸੰਨ ਦੀ ਗੱਲ ਹੈ ਭਾਜੀ? ਇਹ 1993 ਦੀ ਗੱਲ ਹੈ ਜੀ, 26 ਜਨਵਰੀ 1993। 1993 ਯਾਨੀ ਕਿ ਕਾਫੀ ਟਾਈਮ ਹੋ ਗਿਆ ਤੁਹਾਨੂੰ? 28 ਸਾਲ ਹੋ ਗਏ? 28 ਸਾਲ ਕੰਪਲੀਟ ਹੋ ਗਏ। 28 ਸਾਲ ਹੋ ਗਏ। ਤੇ ਲੋਕੀ ਤੁਹਾਨੂੰ ਕਹਿੰਦੇ ਨੇ ਤੁਸੀਂ ਪੈਸੇ ਲੈ ਲਏ ਜੀ ਤਾਂ ਕਰਕੇ ਤੁਸੀਂ ਧਰਮ ਬਦਲ ਲਿਆ ਆਪਣਾ। ਸਰ ਗੱਲ ਇਹ ਹੈ ਕਿ ਮੇਰੇ ਲਵੇ ਤਾਂ ਹਜੇ ਤੱਕ ਕੋਈ ਪੈਸਾ ਆਇਆ ਨਹੀਂ। ਹਾਂ। ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਜੀ, ਤੁਹਾਨੂੰ ਫੌਰਨ ਭੇਜ ਦੇਣਗੇ ਜੀ, ਤੁਹਾਡੇ ਅਕਾਊਂਟ ਦੇ ਵਿੱਚ ਲੱਖਾਂ ਰੁਪਏ ਆ ਜਾਣਗੇ। ਮੈਂ ਜਿੰਨੇ ਵੀ ਮੇਰੇ ਪਾਸਟਰ ਸਾਹਿਬਾਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਲੋਕ ਐਦਾਂ ਕਹਿੰਦੇ ਆ, ਸਾਡੇ ਲਈ ਤਾਂ ਕੋਈ ਪੈਸਾ ਆਇਆ ਨਹੀਂ, ਕਿੱਥੋਂ ਆਉਂਦਾ ਪੈਸਾ ਸਾਨੂੰ ਦੱਸੋ। ਨਹੀਂ, ਤੁਹਾਡੇ ਅਕਾਊਂਟ 'ਚ ਤਾਂ ਕੋਈ ਆਇਆ ਨਹੀਂ ਪੈਸਾ? ਹਾਂ। ਕੀ ਆਇਆ? ਨਾ ਜੀ, ਨਾ ਨਾ ਨਾ। ਅੱਛਾ। ਬਟ ਗੱਲਾਂ ਹੀ ਨੇ। ਹਾਂ, ਸਭ ਗੱਲਾਂ ਲੋਕਾਂ ਦੀਆਂ ਅਫਵਾਹਾਂ ਨੇ।
ਲੇਕਿਨ ਦੁਨੀਆ ਦੀ ਦੌਲਤ ਜਿਹੜੀ ਪ੍ਰਭੂ ਯਿਸੂ ਮਸੀਹ ਦਿੰਦਾ, ਉਹ ਦੌਲਤ ਜਿਹੜੀ ਹੈ ਪਵਿੱਤਰ ਆਤਮਾ ਦੀ ਦੌਲਤ ਹੈ, ਜਿਹੜੀ ਕਦੇ ਵੀ ਤੁਹਾਡੇ ਖਜ਼ਾਨੇ ਚੋਂ ਖਤਮ ਨਹੀਂ ਹੁੰਦੀ। ਯਾਨੀ ਕਿ ਅਫਵਾਹਾਂ ਨੇ ਇਹ ਫੈਲਾਈਆਂ ਹੋਈਆਂ ਇਹ ਵੀ ਦੇਖੋ ਜੀ, ਲੋਕੀ ਕਹਿੰਦੇ ਵੀ ਤੁਹਾਨੂੰ ਪੈਸੇ ਦੇਵਾਂਗੇ ਜੀ, ਤੁਸੀਂ ਧਰਮ ਬਦਲ ਲਓ, ਤੇ ਕੁਛ ਇਹ ਵੀ ਕਹਿੰਦੇ ਵੀ ਤੁਹਾਨੂੰ ਗਊ ਦਾ ਮਾਸ ਖਿਲਾਵਾਂਗੇ। ਨਾ, ਤੇ ਇਦਾਂ ਦੀ ਕੋਈ ਗੱਲ ਤਾਂ ਨਹੀਂ ਹੋਈ? ਇਹੋ ਜਿਹਾ ਕੁਛ ਨਹੀਂ। ਬਾਈਬਲ ਦੇ ਵਿੱਚ ਲਿਖਿਆ ਹੈ, ਤੂੰ ਮਾਸ ਨਾ ਖਾਵੇਂ ਤਾਂ ਚੰਗੀ ਗੱਲ ਹੈ। ਹਾਂ ਹਾਂ ਹਾਂ, ਉਹ 'ਚ ਸਾਫ਼ ਲਿਖਿਆ ਸ਼ਾਸਤਰ ਦੇ ਵਿੱਚ। ਲੇਕਿਨ ਲੋਕ ਇਸ ਨੂੰ ਪੜ੍ਹਦੇ ਹੀ ਨਹੀਂ, ਇਹਦੇ ਬਾਈਬਲ ਦੇ ਗਿਆਨ ਤੇ ਆਉਂਦੇ ਹੀ ਨਹੀਂ ਹੈ, ਉਹ ਸੁੱਕੀਆਂ ਅਫਵਾਹਾਂ ਉਡਾਉਂਦੇ ਨੇ। ਤੁਸੀਂ ਇਹ ਦੇਖੋ ਵੀ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ, ਵਿਚਰਦੇ ਹਾਂ, ਕਦੇ ਕਿਸੇ ਨੂੰ ਮਾੜਾ ਸ਼ਬਦ ਨਹੀਂ ਇਸਤੇਮਾਲ ਕਰਦੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕੋਈ ਗੰਦੀ ਗੱਲ ਤੁਹਾਡੇ ਮੂੰਹ ਚੋਂ ਨਾ ਨਿਕਲੇ, ਬਲਕਿ ਤੁਹਾਡੀ ਭਲਾਈਆਂ ਦੇ ਲਈ ਹੋਵੇ। ਔਰ ਕਿਸੇ ਦੀ ਅਗਰ ਮਦਦ ਕਰਨੀ ਹੈ ਤੁਸੀਂ ਕਰੋ, ਅਗਰ ਤੁਹਾਡੇ ਲਈ ਹਿੰਮਤ ਹੈ ਤਾਂ ਤੁਸੀਂ ਜ਼ਰੂਰ ਕਰੋ ਉਹਦੀ ਮਦਦ। ਸੋ ਮਸੀਹ ਦਾ ਨਾਂ ਹੀ ਮਦਦਗਾਰ ਹੈ। ਤੇ ਭਾਜੀ ਇਹਦੇ ਪਿੱਛੇ ਦੇਖੋ 28 ਸਾਲ ਹੋ ਗਏ ਤੁਸੀਂ ਵਿਚਰਦੇ ਹੋ, ਪ੍ਰਭੂ ਦੇ ਲੋਕਾਂ ਨੂੰ ਮਿਲਦੇ ਹੋ, ਜੀ ਸਰ, ਸਮਾਜ ਵਿੱਚ ਰਹਿੰਦੇ ਹੋ। ਜੀ ਸਰ, ਜੀ ਸਰ। ਤੇ ਇਹਦੇ ਪਿੱਛੇ ਕਾਰਨ ਕੀ ਹੈ? ਕਿਉਂ ਇਹ ਅਫਵਾਹਾਂ ਉਡਾਈਆਂ ਜਾਂਦੀਆਂ ਵੀ ਤੁਹਾਨੂੰ ਜੀ ਮਾਸ ਖਿਲਾਣਗੇ ਗਊ ਦਾ, ਤੇ ਤੁਹਾਨੂੰ ਪੈਸੇ ਮਿਲ ਜਾਣਗੇ ਜੀ, ਜੇ ਤੁਸੀਂ ਅਨਮੈਰਿਡ ਹੋ ਤੇ ਤੁਹਾਡੀ ਸ਼ਾਦੀ ਵੀ ਕਰਾ ਦੇਣਗੇ, ਤੇ ਇਦਾਂ ਦੀ ਗੱਲ ਸੁਣਦੇ ਆ ਵੀ ਨੌਕਰੀ ਵੀ ਦੇਣਗੇ, ਛੋਕਰੀ ਵੀ ਦੇਣਗੇ। ਤੇ ਇਹ ਕਾਰਨ ਕੀ ਹੈ? ਇਹ ਕਿਉਂ ਫੈਲਾਉਂਦੇ ਨੇ ਇਦਾਂ ਦੀਆਂ ਅਫਵਾਹਾਂ? ਇਹ ਸਰ ਦੇਖੋ, ਲੋਕਾਂ ਦੇ ਆਪਣੇ ਵਿਚਾਰ ਨੇ, ਔਰ ਆਪਣੇ ਵਿਚਾਰ ਜਿਹੜੇ ਥੋਪੇ ਜਾ ਰਹੇ ਆ। ਬਟ ਸਾਨੂੰ ਤਾਂ ਕਿਸੇ ਨੇ ਇਹੋ ਜਿਹਾ ਨਾ ਕਿਹਾ। ਸਟਾਰਟਿੰਗ ਤੋਂ ਜਦੋਂ ਸ਼ੁਰੂ ਹੋਈ ਸੀ ਉਦੋਂ ਤੋਂ ਨਾ ਸਾਨੂੰ ਕਿਸੇ ਨੇ ਇਹੋ ਜਿਹਾ ਝਾਂਸਾ ਦਿੱਤਾ ਹੈ, ਔਰ ਨਾ ਹੀ ਸਾਨੂੰ ਕਿਸੇ ਨੇ ਇਹ ਗੱਲ ਸਾਡੀ ਜ਼ਿੰਦਗੀ 'ਚ ਆਈ ਹੈ। ਮੈਂ ਸਾਰੀਆਂ ਸੰਸਥਾਵਾਂ ਦੇ ਵਿੱਚ ਜਾ ਚੁੱਕਿਆ, ਕੋਈ ਸੰਸਥਾ ਨਹੀਂ ਮੈਂ ਛੱਡੀ ਹੈ, ਸਭ ਦੇ ਵਿੱਚ ਜਾਇਆ। ਮੇਰੇ ਅਕਾਊਂਟ 'ਚ ਕੋਈ 1 ਰੁਪਇਆ ਕਿਸੇ ਨੇ ਨਹੀਂ ਪਾਇਆ। ਬੇਸ਼ੱਕ ਮੇਰਾ ਜਿਹੜਾ ਅਕਾਊਂਟ ਹੈ ਬਿਲਕੁਲ ਚੈੱਕ ਕੀਤਾ ਜਾਵੇ, ਮੈਂ ਇਹ ਗੱਲ ਠੋਕ ਕੇ ਕਹਿ ਸਕਦਾ, ਕਿਸੇ ਬਾਹਰੋਂ ਕੋਈ ਪੈਸਾ ਆਇਆ ਹੋਵੇ ਮੈਂ ਉਹਦਾ ਜ਼ਿੰਮੇਵਾਰ ਹਾਂ। ਔਰ ਯਿਸੂ ਮਸੀਹ ਉਹ ਦੌਲਤ ਹੈ ਜਿਹੜੀ ਕਦੇ ਖਤਮ ਨਹੀਂ ਹੁੰਦੀ। ਯਿਸੂ ਮਸੀਹ ਖੁਦ ਇੱਕ ਦੌਲਤ ਹੈ, ਉਹ ਖਤਮ ਨਹੀਂ ਹੁੰਦੀ। ਕਿਹੜੀ ਦੌਲਤ? ਸ਼ਾਂਤੀ ਵਾਲੀ ਦੌਲਤ। ਜੇ ਤੁਸੀਂ ਲੱਖਾਂ ਰੁਪਇਆ ਤੁਹਾਡੇ ਅਕਾਊਂਟ ਦੇ ਵਿੱਚ ਆ ਗਿਆ, ਤੁਹਾਡੇ ਘਰ ਵਿੱਚ ਸ਼ਾਂਤੀ ਨਹੀਂ ਹੈ, ਉਸ ਦੌਲਤ ਦਾ ਤੁਸੀਂ ਕੀ ਕਰੋਗੇ? ਉਸ ਦੌਲਤ ਦਾ ਤੁਸੀਂ ਕੀ ਕਰੋਗੇ? ਤੁਹਾਡੇ ਘਰ ਵਿੱਚ ਸ਼ਾਂਤੀ ਨਹੀਂ। ਲੇਕਿਨ ਅਸੀਂ ਠੋਕ ਕੇ ਕਹਿੰਦੇ ਹਾਂ ਸਾਡੇ ਘਰ ਵਿੱਚ ਸ਼ਾਂਤੀ ਹੈ, ਕਿਉਂਕਿ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਸਾਡੇ ਘਰ ਵਿੱਚ ਹੈ। ਤੇ ਹੁਣ ਤੁਸੀਂ ਰਿਟਾਇਰ ਹੋ ਗਏ, ਹੁਣ ਵੀ ਜੌਬ ਕਰ ਰਹੇ ਹੋ ਤੁਸੀਂ? ਨਾ ਜੀ ਸਰ, ਮੈਂ ਹੁਣ ਰਿਟਾਇਰ ਹੋ ਕੇ ਨਾ ਫੁੱਲ ਟਾਈਮ ਪ੍ਰਭੂ ਯਿਸੂ ਮਸੀਹ ਦੀ ਸੇਵਾ ਕਰ ਰਿਹਾ। ਸੇਵਾ ਕਰ ਰਹੇ ਹੋ? ਹਾਂ, ਅੱਛਾ ਜੀ, ਬਿਲਕੁਲ ਫ੍ਰੀ। ਉਹਨੇ ਸਾਨੂੰ ਫ੍ਰੀ ਦਿੱਤਾ, ਅਸੀਂ ਫ੍ਰੀ ਵੰਡ ਰਹੇ ਹਾਂ। ਤੇ ਤੁਹਾਡਾ ਸਾਰਾ ਪਰਿਵਾਰ ਪ੍ਰਭੂ ਦੇ ਵਿੱਚ ਹੈ? ਬਿਲਕੁਲ ਸਰ, ਮੇਰਾ ਬੇਟਾ ਵੀ, ਅੱਛਾ ਜੀ, ਮੇਰੀ ਬੇਟੀ ਵੀ, ਮੇਰੀ ਵਾਈਫ ਵੀ, ਮੈਂ ਵੀ, ਅਸੀਂ ਸਾਰੇ ਮਸੀਹ ਦੇ ਵਿੱਚ। ਮੇਰੀ ਨੂੰਹ ਵੀ ਜਿਹੜੀ ਹੈ ਉਹ ਮਸੀਹ ਦੀ ਪੂਰੀ ਮਤਲਬ ਪੈਰੋਕਾਰ ਹੈ, ਬਾਈਬਲ ਪੜ੍ਹਦੀ ਹੈ, ਪ੍ਰਾਰਥਨਾ ਕਰਦੀ ਹੈ, ਔਰ ਵਚਨ ਵੀ ਪ੍ਰਚਾਰ ਕਰਨ ਇਹਨਾਂ ਦਿਨਾਂ ਵਿੱਚ ਉਹ ਕਰਨ ਜਾ ਰਹੀ ਹੈ। ਰੱਬ ਨੇ ਸਾਨੂੰ ਆਪਣੀ ਆਤਮਾ ਦੇ ਨਾਲ ਇਸ ਤਰ੍ਹਾਂ ਭਰ ਦਿੱਤਾ, ਸਾਡੇ ਵਿੱਚੋਂ ਲਾਲਚ ਹੀ ਖਤਮ ਕਰ ਦਿੱਤਾ। ਕਿਉਂਕਿ ਬਾਈਬਲ ਇਹ ਗੱਲ ਜਾਂਦੀ ਹੈ, ਜਿਹੜਾ ਧਨੀ ਬੰਦਾ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲਣਾ ਆਸਾਨ ਹੈ, ਲੇਕਿਨ ਧਨੀ ਦਾ ਸਵਰਗ ਵਿੱਚ ਜਾਣਾ ਉਨਾ ਹੀ ਮੁਸ਼ਕਲ ਹੈ। ਤੇ ਹੁਣ ਤੁਸੀਂ ਆਪਣਾ ਘਰ ਬਣਾਇਆ ਤੇ ਲੋਕੀ ਕਹਿੰਦੇ ਵੀ ਇਹਨਾਂ ਨੂੰ ਪੈਸੇ ਮਿਲੇ ਜੀ, ਤਾਂ ਦੇਖੋ ਜੀ ਇਹਨਾਂ ਨੇ ਪ੍ਰਭੂ ਦੇ ਵਿੱਚ ਆ ਕੇ ਇਹਨਾਂ ਨੇ ਘਰ ਬਣਾ ਲਿਆ ਜੀ ਨਵਾਂ। ਸਰ ਮੇਰਾ ਇਹ ਰਿਕਾਰਡ ਹੈ ਕਿ ਮੈਂ ਇਹ ਮਕਾਨ ਜਿਹੜਾ ਬਣਾਇਆ ਹੈ ਆਪਣੇ ਡਿਪਾਰਟਮੈਂਟ ਤੋਂ ਲੋਨ ਲੈ ਕੇ ਬਣਾਇਆ ਹੈ। ਉਹਦਾ ਇੱਕ ਰਿਕਾਰਡ ਹੈ ਮੇਰੇ ਲਵੇ। ਔਰ ਇਹ ਮੈਂ ਮਕਾਨ ਜਦੋਂ 2001 'ਚ ਬਣਾਇਆ, ਉਹਦੀਆਂ ਮੇਰੀਆਂ ਕਿਸ਼ਤਾਂ ਜਿਹੜਾ ਹੈ 2017 ਤੱਕ ਕੱਟੀਆਂ ਡਿਪਾਰਟਮੈਂਟ ਨੇ। ਉਹਦੀ ਇੱਕ ਇੰਸਟਾਲਮੈਂਟ ਜਿਹੜੀ ਮੇਰੇ ਡਿਪਾਰਟਮੈਂਟ ਵਿੱਚ ਦਰਜ ਹੈ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਵੀ ਇਹ ਗੱਲਾਂ ਝੂਠੀਆਂ ਨੇ? ਬਿਲਕੁਲ ਝੂਠੀਆਂ, ਸ਼ਰੇਆਮ ਝੂਠੀਆਂ। ਇਹ ਮਸੀਹ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਤੇ ਇਹਦੇ ਪਿੱਛੇ ਸ਼ੈਤਾਨ ਦੀ ਚਾਲ ਹੈ ਵੀ ਪੱਕੀ ਪ੍ਰਭੂ ਯਿਸੂ ਮਸੀਹ ਕੋਲ ਮੁਕਤੀਦਾਤਾ ਜਿਹੜਾ ਹੈ, ਯਿਸੂ ਮਸੀਹ ਮੁਕਤੀਦਾਤਾ, ਵੀ ਉਹਦੇ ਕੋਲ ਨਾ ਆ ਜਾਣ ਕਿਤੇ, ਉਹਦਾ ਰਾਜ ਘਟਦਾ। ਬਿਲਕੁਲ ਸਰ, ਬਿਲਕੁਲ ਸ਼ੈਤਾਨ ਦਾ ਰਾਜ ਘਟਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਇਸ ਕਰਕੇ ਉਹ ਅਫਵਾਹਾਂ ਫੈਲਾਉਂਦਾ ਵੀ ਆਹ ਦੇਖੋ ਜੀ ਇਹਨਾਂ ਨੇ ਧਰਮ ਬਦਲ ਲਿਆ, ਜਦਕਿ ਰੱਬ ਦਾ ਧਰਮ ਤਾਂ ਕੋਈ ਹੈ ਨਹੀਂ। ਦੇਖੋ ਜੀ, ਜਿੱਥੋਂ ਤੱਕ ਧਰਮ ਦੀ ਗੱਲ ਹੈ, ਪਹਿਲਾਂ ਵੀ ਮੇਰਾ ਨਾਮ ਪ੍ਰੇਮ ਲਾਲ ਸੀ, ਹੁਣ ਵੀ ਮੇਰਾ ਨਾਮ ਪ੍ਰੇਮ ਲਾਲ ਹੈ। ਮਸੀਹ ਇੱਕ ਉਹ ਸ਼ਖਸੀਅਤ ਹੈ
ਜਿਹਨੂੰ ਅਸੀਂ ਆਪਣੇ ਨਾਲ ਨਹੀਂ ਲਾ ਸਕਦੇ, ਕਿਉਂਕਿ ਉਹ ਪਾਕ ਪਵਿੱਤਰ ਨਾਂ ਹੈ। ਅਸੀਂ ਤਾਂ ਇਨਸਾਨ ਆ, ਕਿਤੇ ਨਾ ਕਿਤੇ ਸਾਡੇ ਤੋਂ ਗਲਤੀ ਹੋ ਸਕਦੀ ਹੈ, ਬਟ ਉਹ ਪਰਿਪੂਰਨ ਹੈ। ਅਸੀਂ ਉਹਦਾ ਨਾਂ ਆਪਣੇ ਨਾਲ ਨਹੀਂ ਲਾ ਸਕਦੇ, ਕਿਉਂ? ਅਸੀਂ ਐਸੀ ਹੈਸੀਅਤ ਨਹੀਂ ਰੱਖਦੇ। ਇੱਕ ਪਵਿੱਤਰ ਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ, ਬਟ ਅਸੀਂ ਇੱਦਾਂ ਨਹੀਂ ਹੈ ਕਿ ਪਾਪ ਕਰਦੇ ਜਾਈਏ ਤੇ ਮਾਫੀ ਮਿਲਦੀ ਰਹੇ। ਫਿਰ ਜੋ ਬਾਕੀ ਕਰ ਰਹੇ ਆ ਉਹ ਵੀ ਅਸੀਂ ਵੀ ਉਹੀ ਕਰੀਏ ਤਾਂ ਸਾਡੇ ਤੇ ਉਹਨਾਂ 'ਚ ਕੋਈ ਫਰਕ ਨਹੀਂ ਰਹਿੰਦਾ। ਹਾਂ, ਇਹ ਵੀ ਸੁਣਿਆ ਨਾ ਵੀ ਤੁਸੀਂ ਈਸਾਈ ਬਣ ਗਏ ਜੀ, ਹੁਣ ਯਿਸੂ ਨੂੰ ਮੰਨਣ ਲੱਗ ਗਏ ਤੇ ਤੁਹਾਡਾ ਨਾਮ ਵੀ ਕੋਈ ਫਰਨਾਂਡਿਸ ਡੇਵਿਡ ਵਗੈਰਾ ਰੱਖ ਦਿੰਦੇ ਆ ਸਰ। ਤੁਸੀਂ ਜਦੋਂ ਧਰਮ ਸ਼ਾਸਤਰ ਨੂੰ ਪੜ੍ਹੋਗੇ ਉਹਦੇ ਵਿੱਚ ਧਰਮ ਦੀ ਕੋਈ ਵਿਆਖਿਆ ਹੈ ਹੀ ਨਹੀਂ ਹੈ। ਧਰਮੀ ਵਿਅਕਤੀ ਕੌਣ ਹੈ? ਜਿਹੜਾ ਅੱਛੇ ਕਰਮ ਕਰਦਾ। ਕਰਮ ਕਿਹੜੇ ਨੇ? ਜਿਹੜੇ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਕਰਦੇ ਹਾਂ, ਜਿਹੜੇ ਵਿਚਰਦੇ ਹਾਂ ਅਸੀਂ ਲੋਕਾਂ ਦੇ ਵਿੱਚ। ਸਾਡਾ ਚੱਲਣਾ, ਸਾਡਾ ਉੱਠਣਾ, ਸਾਡਾ ਬੈਠਣਾ, ਸਾਡਾ ਬੋਲ ਚਾਲ, ਲੋਕਾਂ ਨਾਲ ਅੱਛੇ ਵਿਚਾਰਾਂ ਨਾਲ ਗੱਲ ਕਰਨਾ, ਜੀ ਕਹਿ ਕੇ ਬੋਲਣਾ, ਜੀ ਕਹਿ ਕੇ ਮਤਲਬ ਅੱਗੇ ਐਡਰੈਸ ਕਰਨਾ, ਇਹੀ ਹੈ। ਔਰ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਜਨਾਹ ਨਹੀਂ ਕਰਨਾ, ਪਰਾਈ ਇਸਤਰੀ ਲਵੇ ਨਹੀਂ ਜਾਣਾ, ਹੋਰ ਲਾਲਚ ਨਹੀਂ ਕਰਨਾ ਕਿਸੇ ਗੱਲ ਦਾ। ਇਹ ਸਾਰੀਆਂ ਗੱਲਾਂ 10 ਹੁਕਮਾਂ ਦੇ ਵਿੱਚ ਲਿਖੀਆਂ ਬਾਈਬਲ ਦੇ ਵਿੱਚ। ਕਿਸੇ ਸ਼ਾਸਤਰ ਨੇ ਬਿਆਨ ਨਹੀਂ ਕੀਤਾ, ਲੇਕਿਨ ਯਹੋਵਾ ਪਰਮੇਸ਼ਰ ਨੇ ਮੂਸਾ ਨੂੰ 10 ਹੁਕਮ ਦਿੱਤੇ ਨੇ। ਉਹ ਜਿਹੜੇ 10 ਹੁਕਮ ਮੰਨੂਗਾ ਉਹੀ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਆ ਸਕਦਾ। ਪ੍ਰਭੂ ਯਿਸੂ ਮਸੀਹ ਦੀਆਂ ਆਸੀਸ਼ਾਂ, ਯਿਸੂ ਮਸੀਹ ਦੇ ਵਿੱਚ 10 ਆਗਿਆਵਾਂ ਪੂਰੀਆਂ ਹੁੰਦੀਆਂ ਨੇ ਜੀ ਸਰ। ਤੇ ਯਿਸੂ ਮਸੀਹ ਦਾ ਲਹੂ ਸਾਨੂੰ ਧਰਮੀ ਬਣਾਉਂਦਾ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਈਸਾਈ ਨਹੀਂ ਬਣੇ, ਧਰਮੀ ਬਣ ਗਏ। ਅਸੀਂ ਧਰਮੀ ਬਣ ਗਏ, ਸਹੀ ਹੋ ਗਏ। ਯਾਨੀ ਕਿ ਔਰ ਸਾਨੂੰ ਇੱਕ ਜੀਵਤ ਆਸ ਹੈ ਕਿ ਅਸੀਂ ਸਵਰਗ ਵਿੱਚ ਜਾਵਾਂਗੇ। ਅਸੀਂ ਠੋਕ ਕੇ ਕਹਿੰਦੇ ਅਸੀਂ ਸਵਰਗ ਵਿੱਚ ਜਾਵਾਂਗੇ, ਕਿਉਂਕਿ ਅਸੀਂ ਮਾੜੇ ਕੰਮ ਨਹੀਂ ਕਰ ਰਹੇ। ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਮਸੀਹ ਨੂੰ ਪਸੰਦ ਨੇ। ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜਾ ਮੇਰੀ ਆਗਿਆਵਾਂ ਨੂੰ ਨਹੀਂ ਮੰਨਦਾ ਉਹ ਮੇਰੇ ਲਾਇਕ ਨਹੀਂ ਹੈ। ਅਸੀਂ ਉਹਨਾਂ ਦੀ ਆਗਿਆ ਨੂੰ ਪੂਰਾ ਕਰ ਰਹੇ ਹਾਂ। ਕਿਤੇ ਛੋਟੀ ਮੋਟੀ ਗਲਤੀ ਹੁੰਦੀ ਅਸੀਂ ਰੱਬ ਤੋਂ ਮਾਫੀ ਮੰਗਦੇ ਹਾਂ, ਪਰਮੇਸ਼ਰ ਸਾਨੂੰ ਮਾਫ ਕਰ, ਅੱਜ ਤੋਂ ਬਾਅਦ ਅਸੀਂ ਇਹ ਗਲਤੀ ਨਾ ਕਰੀਏ। ਸੋ ਭਾਜੀ, ਸਾਡਾ ਤਾਂ ਅਸੀਂ ਇਸ ਲਹਿਜੇ ਨਾਲ ਨਹੀਂ ਮਤਲਬ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਕਿ ਸਾਡੇ ਅਕਾਊਂਟ 'ਚ ਪੈਸੇ ਆਉਣਗੇ, ਸਾਨੂੰ ਕੋਠੀ ਬਣ ਜੂਗੀ, ਸਾਡੇ ਬੱਚੇ ਬਾਹਰ ਚਲੇ ਜਾਣਗੇ। ਬਿਲਕੁਲ ਨਹੀਂ। ਮੇਰਾ ਬੇਟਾ ਵੀ, ਮੈਂ ਵੀ, ਅਸੀਂ ਇਮਾਨਦਾਰੀ ਦੀ ਕਮਾਈ ਨਾਲ ਸਾਰਾ ਕੁਝ ਕੀਤਾ ਹੈ। ਮੈਂ ਠੋਕ ਕੇ ਕਹਿੰਦਾ ਇਸ ਗੱਲ ਨੂੰ। ਜੌਬ ਤਾਂ ਯਾਨੀ ਤੁਸੀਂ ਪ੍ਰਭੂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਕਰਦੇ ਸੀ? ਜੌਬ ਪਹਿਲਾਂ ਹੀ ਕਰ ਰਿਹਾ ਸੀ, ਇੰਸ਼ੋਰੈਂਸ ਕੰਪਨੀ 'ਚ ਪਹਿਲਾਂ ਹੀ ਲੱਗੇ ਹੋਏ? ਪਹਿਲਾਂ ਹੀ ਸੀ ਸਰ। ਉਸ ਤੋਂ ਪਹਿਲਾਂ ਮੈਂ 7 ਸਾਲ ਦੀ ਸਰਵਿਸ ਜਿਹੜਾ FCI ਦੇ ਵਿੱਚੋਂ ਛੱਡ ਕੇ ਆਇਆ। ਅੱਛਾ ਜੀ, ਅੱਛਾ। ਜਿੱਥੇ ਬਹੁਤ ਸਾਰੀ ਕਰਪਸ਼ਨ ਹੁੰਦੀ ਸੀ। ਕੋਈ ਨਹੀਂ ਛੱਡਦਾ, ਲੇਕਿਨ ਮੈਂ ਜਦੋਂ ਦੇਖਿਆ ਵੀ ਉੱਥੇ ਕਰਪਸ਼ਨ ਹੈ, ਮੈਂ ਰਿਜ਼ਾਈਨ ਕਰਕੇ ਫਿਰ ਇੱਧਰ ਆਇਆ। ਲੇਕਿਨ FCI ਦੇ ਵਿੱਚ ਵੀ ਰਹਿ ਕੇ ਮੈਂ ਬੇਦਾਗ ਰਿਹਾ। ਮੈਂ ਕੋਈ ਐਸਾ ਪੈਸਾ ਆਪਣੇ ਘਰ ਨਹੀਂ ਲੈ ਕੇ ਆਇਆ, ਨਾ ਮੈਂ ਕੋਈ ਉੱਥੋਂ ਕਣਕ ਚਾਵਲ ਕੁਛ ਵੀ ਜਿਹੜਾ ਸੀ ਮੈਂ ਕਦੇ ਘਰ ਨਹੀਂ ਲੈ ਕੇ ਆਇਆ। ਤੇ ਤੁਹਾਡਾ ਬੇਟਾ ਵੀ ਜੌਬ ਕਰ ਰਿਹਾ? ਹਾਂ, UPNV ਦੇ ਵਿੱਚ ਕਲਾਸ 1 ਆਫਿਸਰ ਹੈ। ਯਾਨੀ ਕਿ ਉਹ ਵੀ ਅੱਛੇ ਅਹੁਦੇ ਤੇ ਹੈ ਤੇ ਅੱਛੀ ਸੈਲਰੀ ਵਗੈਰਾ ਉਹਨਾਂ ਨੂੰ ਵੀ ਮਿਲਦੀ ਹੈ? ਬਿਲਕੁਲ ਸਰ। ਤੁਸੀਂ ਆਪਣੇ ਪੈਰਾਂ ਤੇ ਖੁਦ ਖੜੇ ਹੋ? ਬਿਲਕੁਲ ਸਰ। ਨਹੀਂ, ਮੇਰੇ ਪ੍ਰਭੂ ਨੇ ਖੜਾਇਆ। ਹਾਂ, ਦੇਖੋ, ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹੁੰਦਾ। ਲੋਕ ਨੌਕਰੀ ਦੇ ਲਈ ਰਿਸ਼ਵਤਾਂ ਦਿੰਦੇ ਨੇ, ਲੱਖਾਂ ਰੁਪਏ, ਇੰਨੇ ਲੱਖ ਰੁਪਏ ਲੱਗਣਗੇ ਅਸੀਂ ਤਾਂ ਤੁਹਾਨੂੰ ਨੌਕਰ ਲਾਵਾਂਗੇ, ਇੰਨੇ ਲੱਖ ਰੁਪਏ ਤਾਂ ਮਿਲਣਗੇ। ਲੇਕਿਨ ਮੇਰੇ ਬੇਟੇ ਨੇ ਪੂਰੀ ਮਿਹਨਤ ਕਰਕੇ, ਟੈਸਟ ਪਾਸ ਕਰਕੇ ਫਿਰ ਉਹਨੂੰ ਜੌਬ ਮਿਲੀ ਆ। ਇੱਦਾਂ ਨਹੀਂ ਮਿਲੀ ਉਹਨੂੰ ਜੌਬ, ਔਰ ਸਾਡਾ 1 ਰੁਪਇਆ ਵੀ ਨਹੀਂ ਲੱਗਿਆ ਉਸ 'ਤੇ। ਘਰ ਬੈਠੇ ਬਿਠਾਏ ਆਰਡਰ ਆਏ ਨੇ, ਟੈਸਟ ਦਿੱਤਾ, ਟੈਸਟ ਪਾਸ ਕੀਤਾ, ਇੰਟਰਵਿਊ ਪਾਸ ਕੀਤੀ, ਉਸ ਤੋਂ ਬਾਅਦ ਉਹਨੂੰ ਸਿਲੈਕਸ਼ਨ ਮਿਲੀ। ਉਸ ਤੋਂ ਬਾਅਦ 3 ਵਾਰੀ ਤਾਂ ਸਕੇਲ 1 ਦੀ ਉਹਦੀ ਜਿਹੜੀ ਹੈ ਪ੍ਰਮੋਸ਼ਨ ਹੋ ਚੁੱਕੀ ਹੈ, ਬਟ ਉਹ ਲੈਂਦਾ ਨਹੀਂ ਸੀ। ਇਹ ਗੱਲਾਂ ਨੇ ਜਿਹੜੀਆਂ ਸਾਨੂੰ ਇਹ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਕਿ ਯਿਸੂ ਮਸੀਹ ਕਿਸੇ ਨੂੰ ਜਿਹੜਾ ਹੈ ਗਲਤ ਰਾਸਤੇ ਤੋਂ ਨਹੀਂ ਲੈ ਕੇ ਜਾਂਦਾ, ਲੇਕਿਨ ਗਲਤ ਰਾਸਤਿਆਂ ਤੋਂ ਬਚਾਉਂਦਾ ਹੈ। ਅੱਛਾ, ਆਪਣੀ ਪਤਨੀ ਬਾਰੇ ਦੱਸੋ ਥੋੜ੍ਹਾ ਜਿਹਾ। ਪਿੱਛੇ ਜੇ ਕਾਫੀ ਸਾਲ ਪਹਿਲਾਂ ਬਿਮਾਰ ਹੋ ਗਏ ਸੀਗੇ ਤੇ ਕੋਈ ਕੈਂਸਰ ਵਗੈਰਾ ਦੀ ਵੀ ਕੋਈ ਰਿਪੋਰਟ ਆ ਗਈ ਸੀ, ਕੋਈ ਇਦਾਂ ਦਾ? ਜੀ ਸਰ, ਜੀ ਸਰ। ਇਹ 99 ਦੀ ਗੱਲ ਹੈ। ਹਾਂਜੀ। ਯੂਟਰਸ ਦੇ ਨਾਲ ਇੱਕ ਸਿਸਟ ਸੀ। ਹਾਂਜੀ। ਜਿਹਦਾ ਅਸੀਂ ਆਪਰੇਸ਼ਨ ਕਰਾਇਆ ਸੀ। ਹਾਂਜੀ। ਆਪਰੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈ CMC ਦੇ ਵਿੱਚੋਂ ਰਿਪੋਰਟ ਆਈ ਸੀ ਕਿ ਕੈਂਸਰ ਦੇ ਕੁਝ ਸਿੰਪਟਮ ਨਜ਼ਰ ਆ ਰਹੇ ਨੇ ਕਿ ਇਹਨਾਂ ਨੂੰ ਕੈਂਸਰ ਹੈ। ਮੇਰਾ ਦਿਲ ਬੜਾ ਦੁਖਿਆ ਵੀ ਇਹ ਕੀ ਗੱਲ ਅਸੀਂ ਮਸੀਹ ਦੇ ਵਿੱਚ ਆ ਵੀ ਇਹ ਕੈਂਸਰ ਕਿਵੇਂ ਹੋ ਸਕਦਾ। ਬਟ ਸਾਡੇ ਅਗੁਆ ਨੇ ਸਾਨੂੰ ਇਹ ਕਿਹਾ ਕਿ ਸਰੀਰ ਹੈ,
ਇਹਦੇ 'ਚ ਕੋਈ ਵੀ ਇਫੈਕਟ ਹੋ ਸਕਦਾ ਹੈ, ਬਟ ਅਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਉਸ ਤੋਂ ਚੰਗਾ ਹੀ ਕਰੇਗਾ। ਤਾਂ ਅਸੀਂ ਡਾਕਟਰ ਲਵੇ ਗਏ, ਜਿਹੜਾ ਕੇਵਲ ਕ੍ਰਿਸ਼ਨ ਹਸਪੀਟਲ ਹੈ ਥੇ ਤੇ ਸੁਨਾਮ। ਮੈਂ ਮੇਰੀ ਮਿਸਿਜ ਨੂੰ ਬਾਹਰ ਖੜਾਇਆ ਕਿ ਮੈਨੂੰ ਤਾਂ ਪਤਾ ਹੀ ਸੀ, ਮੈਂ ਉਹਨੂੰ ਬਾਹਰ ਖੜਾਇਆ ਕਿ ਮੈਂ ਡਾਕਟਰ ਨਾਲ ਕੰਸਲਟ ਕਰਕੇ ਆਉਣਾ ਵੀ ਇਹਦਾ ਕਿਵੇਂ ਕਰਨਾ। ਉਹਨੂੰ ਰਿਪੋਰਟ ਚੈੱਕ ਕਰਾਈ ਤੇ ਉਹਨੇ ਸਾਨੂੰ ਇਹ ਗੱਲ ਕਹੀ ਕਿ ਇਹਨੂੰ ਕੈਂਸਰ ਦੇ ਸਿਮਟਮ ਨੂੰ ਇਹ 10 ਸਾਲ ਜੀਊਗੀ। ਮਨ ਨੂੰ ਬੜਾ ਦੁੱਖ ਲੱਗਿਆ ਵੀ ਆਹ ਕੀ ਹੋ ਗਿਆ, ਜੇ ਅਸੀਂ ਇੰਨੀ ਇਮਾਨਦਾਰੀ ਨਾਲ ਚੱਲ ਰਹੇ ਹਾਂ ਤਾਂ ਇਹ ਕੀ ਹੋ ਗਿਆ। ਤਾਂ ਮੇਰੀ ਮਿਸਿਜ ਬਾਹਰ ਖੜੀ ਹੈ, ਸੁਣ ਰਹੀ ਸੀ। ਤੇ ਜਦੋਂ ਮੈਂ ਬਾਹਰ ਆਇਆ ਤੇ ਉਹਨਾਂ ਨੂੰ ਪੁੱਛਿਆ ਵੀ ਕੀ ਕਹਿ ਰਹੇ ਡਾਕਟਰ। ਮੈਂ ਕਿਹਾ ਕੁਛ ਨਹੀਂ ਕਹਿੰਦੇ। ਕਹਿੰਦੀ ਮੈਨੂੰ ਪਤਾ ਲੱਗ ਗਿਆ, ਉਹਨਾਂ ਨੇ ਮੈਨੂੰ ਕਹਿ ਦਿਆ ਵੀ ਇਹਨੂੰ ਕੈਂਸਰ ਹੈ। ਮੈਂ ਕਿਹਾ ਫਿਰ ਤੈਨੂੰ ਕੀ ਟੈਨਸ਼ਨ ਹੈ, ਤੈਨੂੰ ਘਬਰਾਉਣ ਦੀ ਲੋੜ ਨਹੀਂ। ਕਹਿੰਦੀ ਹਾਂ ਮੈਂ ਨਹੀਂ ਘਬਰਾਉਂਦੀ, ਪ੍ਰਭੂ ਯਿਸੂ ਮਸੀਹ ਮੇਰੇ ਨਾਲ ਹੈ। ਅਸੀਂ ਫਿਰ ਵਰਤ ਰੱਖ ਕੇ ਦੋਨੇ ਪਤਨੀ ਪਤਨੀ ਤੇ ਸਾਡੀ ਕਲੀਸਿਆ ਦੇ ਸਾਰੇ ਬੰਦਿਆਂ ਨੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ। ਜਦੋਂ ਅਸੀਂ ਸੈਕੰਡ ਟਾਈਮ ਰਿਪੋਰਟ ਜਿਹੜੀ ਹੈ ਉਸ ਨੂੰ ਚੈੱਕ ਕਰਾਇਆ ਤਾਂ ਬਿਲਕੁਲ ਨਹੀਂ ਸੀ, ਬਿਲਕੁਲ ਸਾਫ਼, ਕੋਈ ਕੈਂਸਰ ਦੇ ਸਿਮਟਮ ਨਹੀਂ ਸੀ। ਹਾਲੇਲੂਇਆ, ਹਾਲੇਲੂਇਆ, ਪਰਮੇਸ਼ਰ ਦਾ ਸ਼ੁਕਰ ਹੋਵੇ। ਸੋ ਸਾਡਾ ਪਰਮੇਸ਼ਰ ਚੰਗਾ ਕਰਨ ਵਾਲਾ ਪਰਮੇਸ਼ਰ। 12 ਸਾਲ ਯਾਨੀ ਕਿ ਪਹਿਲਾਂ ਦੀ ਗੱਲ ਹੈ, ਲੋਕ ਡਾਕਟਰ ਕਹਿੰਦੇ ਸੀ 10 ਸਾਲ, ਤੇ ਪ੍ਰਭੂ ਦੇ ਵਿੱਚ 12 ਸਾਲ ਬੀਤ ਗਏ ਨੇ ਇਸ ਗੱਲ ਨੂੰ। ਹੈ ਅੱਜ ਤੱਕ ਵੀ ਬਿਲਕੁਲ ਸਹੀ ਸੁਰੱਖਿਅਤ ਨੇ, ਹੁਣ ਬਿਲਕੁਲ ਸਹੀ ਹੈ ਜੀ ਤੁਹਾਡੇ, ਬਿਲਕੁਲ ਸਰ। ਅੱਜ ਵੀ ਉਹ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਅਸੀਂ ਪੂਰਾ ਪਰਿਵਾਰ ਜਾ ਕੇ ਸ਼ੇਰੋਂ ਪਿੰਡ ਦੇ ਵਿੱਚ ਸੇਵਾ ਕਰ ਰਹੇ ਹਾਂ। ਤੁਹਾਡੇ ਘਰ ਤੋਂ ਕਾਫੀ ਦੂਰ ਹੈ? 10 ਕਿਲੋਮੀਟਰ ਦੂਰ ਹੈ ਜੀ। ਅਸੀਂ ਅੱਛਾ, ਉੱਥੇ ਸੇਵਾ ਕਰਦੇ, ਉੱਥੇ ਸੇਵਾ ਕਰਦੇ ਹਾਂ। ਬੇਸ਼ੱਕ ਉਹ ਲੋਕਾਂ ਨੂੰ ਵੀ ਪਤਾ ਕੀਤਾ ਜਾਵੇ ਉੱਥੇ ਕਿਵੇਂ ਸੇਵਾ ਚੱਲ ਰਹੀ ਹੈ। ਅਸੀਂ ਲੋਕਾਂ ਵਿੱਚ ਜਾਂਦੇ ਹਾਂ, ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਸੁਣਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਜਾਗਰਤ ਕਰਦੇ ਹਾਂ। ਔਰ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ, ਪਿੰਡਾਂ ਦੇ ਵਿੱਚ ਨਸ਼ੇ ਦੀ ਬਹੁਤ ਲੱਤ ਚੱਲੀ ਹੋਈ ਹੈ। ਅਸੀਂ ਲੋਕਾਂ ਨੂੰ ਇਹ ਮਤਲਬ ਸੁਚੇਤ ਕਰ ਰਹੇ ਹਾਂ, ਇਸ ਨਸ਼ੇ ਤੋਂ ਬਚੋ। ਉਹ ਕਹਿੰਦੇ ਅਸੀਂ ਨਸ਼ੇ ਤੋਂ ਛੁਟਕਾਰਾ ਨਹੀਂ ਪਾ ਸਕਦੇ। ਮੈਂ ਕਿਹਾ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਲਵੇ ਆਓ, ਅਸੀਂ ਪ੍ਰਾਰਥਨਾ ਕਰਾਂਗੇ, ਪ੍ਰਭੂ ਯਿਸੂ ਮਸੀਹ ਤੁਹਾਨੂੰ ਨਸ਼ੇ ਤੋਂ ਛੁਟਕਾਰਾ ਦੇਵੇ। ਔਰ ਇਹਦੀ ਇੱਕ ਤਾਜ਼ਾ ਉਦਾਹਰਨ ਹੈ ਕਿ ਉੱਥੇ 3 ਬੰਦੇ ਜਿਹੜੇ ਹੈ ਨਸ਼ਾ ਛੱਡ ਗਏ ਨੇ, ਉਹ ਸਾਡੇ ਨਾਲ ਸੰਗਤ ਹੀ ਕਰਦੇ ਨੇ। ਤੁਸੀਂ ਪ੍ਰਾਰਥਨਾ ਕੀਤੀ ਉਹਨਾਂ ਵਾਸਤੇ? ਹਾਂ, ਅਸੀਂ ਪ੍ਰਾਰਥਨਾ ਕੀਤੀ ਔਰ ਉਹ ਨਸ਼ਾ ਛੱਡ ਗਏ ਨੇ ਬਿਲਕੁਲ। ਔਰ ਕੁਝ ਲੋਕ ਹੈਰਾਨ ਹੁੰਦੇ ਆ ਵੀ ਇਹ ਕਿਵੇਂ ਹੋ ਗਿਆ, ਔਰ ਉਹ ਵੀ ਹੈਰਾਨ ਹੁੰਦੇ ਆ ਵੀ ਪਾਸਟਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਦਾਂ ਵੀ ਹੋ ਸਕਦਾ। ਮੈਂ ਕਿਹਾ ਦੇਖ ਲਓ ਇੱਦਾਂ ਹੋ ਸਕਦਾ। ਤੇ ਹੁਣ ਸਾਡੇ ਸੰਗਤੀ ਚ ਆਉਂਦੇ ਨੇ, ਅਸੀਂ ਇਹਨਾਂ ਨੂੰ ਮਤਲਬ ਬਾਈਬਲ ਦਾ ਵਚਨ ਸਾਰਾ ਦੱਸਦੇ ਹਾਂ। ਔਰ ਦੂਸਰੀ ਮੈਂ ਇੱਕ ਗੱਲ, ਸਭ ਤੋਂ ਵੱਡੀ ਇਹ ਗੱਲ ਕਹਿਣਾ ਚਾਹੁੰਦਾ, ਇਸ ਪਵਿੱਤਰ ਸ਼ਾਸਤਰ ਦੇ ਵਿੱਚ, ਬਾਈਬਲ ਦੇ ਵਿੱਚ ਪਰਿਵਾਰ ਬਾਰੇ ਹਰ ਇੱਕ ਗੱਲ ਲਿਖੀ ਹੋਈ ਹੈ। ਪਤੀ ਪਤਨੀ ਨੂੰ ਕਿਵੇਂ ਰਹਿਣਾ ਚਾਹੀਦਾ, ਮਾਂ-ਬਾਪ ਨੂੰ ਬੱਚਿਆਂ ਨਾਲ ਕਿਵੇਂ ਰਹਿਣਾ ਚਾਹੀਦਾ, ਬੱਚਿਆਂ ਨੂੰ ਮਾਂ-ਬਾਪ ਨਾਲ ਕਿਵੇਂ ਰਹਿਣਾ ਚਾਹੀਦਾ, ਹਰ ਗੱਲ ਦਾ ਜਵਾਬ ਬਾਈਬਲ ਦੇ ਵਿੱਚ ਹੈ। ਲੇਕਿਨ ਅਸੀਂ ਤਲਾਸ਼ਾਂਗੇ, ਸਾਨੂੰ ਤਦ ਹੀ ਪਤਾ ਚੱਲੇਗਾ। ਹਾਂ, ਇੱਥੋਂ ਇੱਕ ਮੈਨੂੰ ਗੱਲ ਯਾਦ ਆਉਂਦੀ ਹੈ, ਪਰਿਵਾਰ ਤੋਂ ਬੱਚਿਆਂ ਦੀ ਗੱਲ ਤੁਸੀਂ ਕੀਤੀ ਹੈ ਜੀ ਸਰ। ਤੇ ਤੁਸੀਂ ਆਪਣੇ ਬੇਟੀ ਦੀ ਮੈਰਿਜ ਵੀ ਕਾਫੀ ਇੰਤਜ਼ਾਰ ਤੇ ਬਾਅਦ ਕੀਤੀ, ਵੀ ਪ੍ਰਭੂ ਦੇ ਵਿੱਚ ਕਰਨੀ ਹੈ। ਹਾਂ ਜੀ ਸਰ, ਇਸ ਗੱਲ ਨੂੰ ਠਾਣ ਲਿਆ। ਹਾਂ ਬਿਲਕੁਲ ਸਰ, ਕਿਉਂਕਿ ਮੇਰੀ ਬੇਟੀ 30 ਸਾਲ ਦੀ ਹੋ ਗਈ ਸੀ। ਸਾਨੂੰ ਬੜੀ ਚਿੰਤਾ ਸੀ ਇਸ ਗੱਲ ਦੀ ਕਿ ਅਸੀਂ ਉਹੋ ਜਿਹੀ ਜਗ੍ਹਾ ਸ਼ਾਦੀ ਕਰਨੀ ਹੈ ਜਿੱਥੇ ਸ਼ਰਾਬ ਸਿਗਰਟ ਨਸ਼ਾ ਨਾ ਕਰਦੇ ਹੋਣ, ਔਰ ਉਹ ਵੀ ਮਸੀਹ ਨੂੰ ਗ੍ਰਹਿਣ ਕੀਤਾ ਹੋਇਆ ਹੋਵੇ, ਔਰ ਪ੍ਰਭੂ ਯਿਸੂ ਮਸੀਹ ਚੰਗੀ ਤਰ੍ਹਾਂ ਚੱਲਣ ਵਾਲੇ ਹੋਣ। ਔਰ ਬਹੁਤ ਜਗ੍ਹਾ ਅਸੀਂ ਰਿਸ਼ਤੇ ਦੇਖੇ, ਸਾਰੀ ਜਗ੍ਹਾ ਜਿਹੜੇ ਹੈ ਲੋਕ ਨਸ਼ੇ ਕਰਦੇ ਸੀ, ਇਸ ਤਰ੍ਹਾਂ ਕਰਦੇ ਸੀ। ਤੇ ਅਸੀਂ ਚਿੰਤਾ, ਈਵਨ ਇੱਥੋਂ ਤੱਕ ਇੱਕ ਵਾਰੀ ਤਾਂ ਅਸੀਂ ਸੁਨਾਮ ਤੋਂ ਫਿਰੋਜ਼ਪੁਰ 18 ਕਿਲੋਮੀਟਰ ਦੂਰ ਰਹਿ ਗਿਆ ਸੀ। ਕੋਈ ਸਾਨੂੰ ਨਾਲ ਲੈ ਗਿਆ ਸੀ ਤਾਂ ਰਿਸ਼ਤਾ ਦਿਖਾਉਣ, ਇੱਧਰ ਨੂੰ ਚੱਲੋ ਜੀ, ਉੱਧਰ ਨੂੰ ਚੱਲੋ, ਇੱਧਰ ਨੂੰ ਚੱਲੋ। ਜਦੋਂ ਅਸੀਂ ਉੱਥੇ ਗਏ, ਮੁੰਡਾ ਸਾਨੂੰ ਕੋਈ ਹੋਰ ਦਿਖਾਇਆ ਗਿਆ, ਲੇਕਿਨ ਜਦੋਂ ਅਸੀਂ ਫੋਟੋ ਦੇਖੀ ਉਹ ਹੋਰ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਹੈ ਭਾਈ? ਕਹਿੰਦੇ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਹੈ। ਅਸੀਂ ਆ ਕੇ ਮਤਲਬ ਘਰ ਆ ਕੇ ਮੇਰੀ ਪਤਨੀ ਤੇ ਮੈਂ ਬਹੁਤ ਰੋਏ। ਅਸੀਂ ਫਿਰ ਪਰਮੇਸ਼ਰ ਅੱਗੇ ਬੇਨਤੀ ਕੀਤੀ, ਪਰਮੇਸ਼ਰ ਤੇਰੀ ਮਰਜ਼ੀ ਆ, ਹੁਣ ਅਸੀਂ ਕਿਤੇ ਨਹੀਂ ਜਾਵਾਂਗੇ, ਬਸ ਤੂੰ ਹੀ ਇੰਤਜ਼ਾਮ ਕਰੇਗਾ। ਮੈਂ ਤੁਹਾਨੂੰ ਭਾਜੀ ਇਹ ਗੱਲ ਦੱਸਣਾ ਚਾਹੁੰਦਾ, ਇਹ ਮੇਰੀ ਜ਼ਿੰਦਗੀ ਦਾ ਬਹੁਤ ਕੜਵਾ ਤੇ ਸਭ ਤੋਂ ਵੱਡਾ ਅਨੁਭਵ ਹੈ ਕਿ ਸਾਨੂੰ ਘਰ ਬੈਠੇ ਬਿਠਾਏ ਰਿਸ਼ਤਾ ਮਿਲ ਗਿਆ, ਔਰ ਉਹ ਵੀ ਮਸੀਹ 'ਚ ਚੱਲਣ ਵਾਲੇ ਲੋਕ। ਅੱਜ ਮੇਰੀ ਕੁੜੀ ਉੱਥੇ ਬਹੁਤ ਸ਼ਾਂਤੀ ਨਾਲ ਰਹਿ ਰਹੀ ਹੈ ਔਰ ਪਰਮੇਸ਼ਰ ਦੀ ਸੇਵਾ ਵੀ ਕਰਨ ਲੱਗ ਗਈ ਹੈ। ਧੰਨਵਾਦ ਪ੍ਰਭੂ ਦਾ।
ਅਕਸਰ ਅਸੀਂ ਦੇਖਦੇ ਹਾਂ ਮਸੀਹੀ ਸਮਾਜ ਦੇ ਵਿੱਚ, ਆਪਾਂ ਮਸੀਹੀ ਸਾਡੇ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ, ਜਦੋਂ ਮਸੀਹ ਨੂੰ ਗ੍ਰਹਿਣ ਕਰ ਲੈਂਦੇ ਆ ਜੀ ਸਰ, ਤੇ ਰਿਸ਼ਤੇ ਮਿਲਣੇ ਔਖੇ ਹੋ ਜਾਂਦੇ ਨੇ ਬਿਲਕੁਲ ਸਰ। ਤੇ ਬੱਚਿਆਂ ਦੇ, ਤੇ ਉਹ ਫਿਰ ਮਾਂ-ਬਾਪ ਕੀ ਕਰਦੇ ਆ, ਇਸ ਗੱਲ ਨੂੰ ਖਿੱਚ ਕੇ ਉਹ ਯਾਨੀ ਕਿ ਸਬਰ ਉਹਨਾਂ ਦਾ ਟੁੱਟ ਜਾਂਦਾ ਤੇ ਉਹ ਅਨਿਆ ਜਾਤੀ ਦੇ ਵਿੱਚ ਸ਼ਾਦੀ ਕਰ ਦਿੰਦੇ ਨੇ, ਤੇ ਉੱਥੇ ਫਿਰ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਬਾਅਦ ਦੇ ਵਿੱਚ, ਇਹ ਬੇਟੀ ਨਾਲ ਤਾਂ ਬੁਰਾ ਸਲੂਕ ਹੁੰਦਾ ਹੈ। ਦੇਖੋ ਭਾਜੀ, ਮੈਂ ਤੁਹਾਨੂੰ ਦੱਸਾਂ ਵੀ ਇਹ ਬਿਲਕੁਲ ਗਲਤ ਬਾਤ ਹੈ। ਅਬਰਾਹਮ ਨੇ, ਯਹੋਵਾ ਪਰਮੇਸ਼ਰ ਨੇ ਉਹਦੇ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਉਹ ਸੰਤਾਨ ਦੇਵਾਂਗਾ ਜਿਹੜੀ ਸਮੁੰਦਰ ਦੇ ਬਾਲੂ ਦੇ ਕਿਣਕਿਆਂ ਦੀ ਤਰ੍ਹਾਂ ਹੋਊਗੀ। ਲੇਕਿਨ ਅਬਰਾਹਮ ਨੇ ਮਤਲਬ ਬਹੁਤ ਸਾਲ ਤੱਕ ਇਹ ਇੰਤਜ਼ਾਰ ਕੀਤਾ ਔਰ ਉਹਨੂੰ ਫਲ ਵੀ ਲਾਇਆ। ਹਾਲਾਂਕਿ ਸਾਰਾ ਦਾ ਜਿਹੜਾ ਹੈ ਮਨ ਡੋਲ ਗਿਆ ਸੀ, ਉਹਨੇ ਦਾਸੀ ਦਿੱਤੀ ਸੀ ਕਿ ਮੇਰੀ ਅੰਸ਼ ਚੱਲੇ, ਲੇਕਿਨ ਅਬਰਾਹਮ ਨਹੀਂ ਟਲਿਆ ਉਸ ਗੱਲ ਤੋਂ। ਉਹਨੂੰ ਇਹ ਪਤਾ ਸੀ ਕਿ ਮੇਰੇ ਯਹੋਵਾ ਪਰਮੇਸ਼ਰ ਨੇ ਅਗਰ ਮੇਰੇ ਨਾਲ ਵਾਅਦਾ ਕੀਤਾ ਤਾਂ ਉਹ ਵਾਅਦੇ ਨੂੰ ਪੂਰਾ ਕਰੇਗਾ। ਔਰ ਉਸ ਤੋਂ ਬਾਅਦ ਵੀ ਦੇਖੋ ਉਤੇ ਮਤਲਬ ਇੱਕ ਅਜਮਾਇਸ਼ ਰੱਬ ਨੇ ਲੈਣੀ ਚਾਹੀ ਕਿ ਮੈਂ ਤੈਨੂੰ ਇੱਕ ਇਕਲੌਤਾ ਪੁੱਤਰ ਦਿੱਤਾ, ਉਹਦੀ ਤੂੰ ਬਲੀ ਚੜਾ, ਬਲੀ ਕਰ ਦੇ। ਕਿਹਦੀ ਹਿੰਮਤ ਹੈ ਕਿ ਜਿਹਨੂੰ ਇੰਨੀ ਬੜੀ ਉਮਰ ਦੇ ਵਿੱਚ ਇੱਕ ਬਜ਼ੁਰਗੀ ਹਾਲਤ ਦੇ ਵਿੱਚ ਬੱਚਾ ਮਿਲੇ ਤੇ ਉਹਨੂੰ ਕੁਰਬਾਨ ਕਰ ਦੂਗਾ। ਅਬਰਾਹਮ ਨੇ ਕਿਸੇ ਦੀ ਨਾ ਪਰਵਾਹ ਕਰਦੇ, ਉਹਨੇ ਆਪਣੀ ਪਤਨੀ ਨੂੰ ਪੁੱਛਿਆ, ਕਿਸੇ ਨੂੰ ਪੁੱਛਿਆ, ਤੇ ਮੋਰਿਆ ਪਰਬਤ ਤੇ ਗਿਆ। ਉੱਥੇ ਜਾ ਕੇ ਉਸਨੂੰ ਬਲੀਦਾਨ ਕਰਨ ਲਈ ਚੜ੍ਹਾਉਣ ਲੱਗਿਆ। ਜਦੋਂ ਉਹਨੇ ਛੁਰੀ ਚੱਕੀ ਤੇ ਨਾਲ ਦੀ ਨਾਲ ਪਰਮੇਸ਼ਰ ਨੇ ਆਵਾਜ਼ ਦਿੱਤੀ, ਐ ਅਬਰਾਹਮ, ਇਸ ਪੁੱਤਰ ਨੂੰ ਤੂੰ ਹੱਥ ਵੀ ਨਾ ਲਾਈ, ਜਿਹੜੀ ਬਲੀ ਚੜਾਣੀ ਹੈ ਤੇਰੇ ਪਿੱਛੇ ਹੈ। ਔਰ ਮੇਮਨਾ ਉਹਨੇ ਦਿੱਤਾ, ਉਹਦੀ ਫਿਰ ਉਹਨੇ ਬਲੀ ਚੜਾਈ। ਸੋ ਸਾਨੂੰ ਸਬਰ ਰੱਖਣਾ ਪੈਣਾ, ਧੀਰਜ ਰੱਖਣਾ ਪੈਣਾ, ਪਰਮੇਸ਼ਰ ਦਾ ਇੰਤਜ਼ਾਰ ਕਰਨਾ ਪੈਣਾ। ਅਸੀਂ ਇੰਤਜ਼ਾਰ ਨਹੀਂ ਕਰਦੇ ਹਾਂ, ਅਸੀਂ ਆਪਣੇ ਆਪ ਡਿਸੀਜਨ ਲੈਂਦੇ ਹਾਂ, ਰੱਬ ਨੂੰ ਮੌਕਾ ਹੀ ਨਹੀਂ ਦਿੰਦੇ। ਅਸੀਂ ਰੱਬ ਨੂੰ ਮੌਕਾ ਦਈਏ, ਰੱਬ ਸਭ ਕੁਝ ਕਰਨ ਵਾਲਾ। ਉਹ ਸਮਾਜ ਦੇ ਵਿੱਚ ਆਪਾਂ ਕਹਾਵਤ ਸੁਣੀ, ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹਾਂ, ਤੇ ਯਾਨੀ ਕਿ ਪ੍ਰਭੂ ਦੇ ਵਿੱਚ ਰਹੋ, ਸੰਤੋਸ਼ ਦੇ ਨਾਲ, ਸਬਰ ਦੇ ਨਾਲ ਰਹੋ, ਤੇ ਪਰਮੇਸ਼ਰ ਯਾਨੀ ਕਿ ਸਾਰੀਆਂ ਰੁਕਾਵਟਾਂ ਆਪਣੇ ਆਪਣੇ ਸਮੇਂ ਦੇ ਉੱਤੇ ਬਿਲਕੁਲ ਸਰ ਜ਼ਰੂਰ ਦਰੇਗਾ। ਮੇਰਾ ਹੈ 100%, ਮੈਂ ਵਾਈਟ ਪੇਜ ਤੇ ਲਿਖ ਕੇ ਲੈ ਲਓ। ਸਾਡਾ ਪਰਮੇਸ਼ਰ ਜਿੰਦਾ ਪਰਮੇਸ਼ਰ ਹੈ, ਉਹਦੀਆਂ ਅੱਖਾਂ ਸਾਡੇ ਤੇ ਨਿਰੰਤਰ ਲੱਗੇ ਰਹਿੰਦੇ, ਉਹਦੇ ਕੰਨ ਸਾਡੀ ਪ੍ਰਾਰਥਨਾ ਵੱਲ ਲੱਗੇ ਰਹਿੰਦੇ, ਲੇਕਿਨ ਸਾਨੂੰ ਇੰਤਜ਼ਾਰ ਕਰਨਾ ਪਏਗਾ। ਇਹੀ ਇੰਤਜ਼ਾਰ ਲੋਕਾਂ ਨੂੰ ਔਖਾ ਲੱਗਦਾ ਤੇ ਫਿਰ ਕੰਮ ਖਰਾਬ ਹੋ ਜਾਂਦਾ। ਬਿਲਕੁਲ ਸਰ। ਬਿਲਕੁਲ। ਬੇਟੀਆਂ ਨੂੰ ਜਾਂ ਬੇਟਿਆਂ ਨੂੰ ਕਿਤੇ ਅਵਿਸ਼ਵਾਸੀਆਂ ਦੇ ਵਿੱਚ ਵਿਆਹ ਦਿੰਦੇ ਨੇ, ਬਾਅਦ ਵਿੱਚ ਉਹ ਸ਼ਰਾਬੀ ਟੱਕਰਦੇ ਨੇ ਤੇ ਮਾਰ ਕੁਟਾਈ ਬੱਚਿਆਂ ਦੇ ਨਾਲ ਹੁੰਦੀ ਆ। ਬਿਲਕੁਲ ਸਰ, ਬਿਲਕੁਲ। ਇੱਥੋਂ ਤੱਕ ਵੀ ਸੁਣਿਆ ਗਿਆ, ਕਿਹੜਾ ਯਿਸੂ ਮਸੀਹ, ਉਹਨਾਂ ਦੀ ਵਿਚਾਰਿਆਂ ਦੀ ਪਿਟਾਈ ਹੁੰਦੀ ਹੈ, ਲੜਕੀਆਂ ਦੁਖੀ ਹੁੰਦੀਆਂ ਨੇ, ਤੇ ਬਾਅਦ ਚ ਤਲਾਕ ਤੱਕ ਵੀ ਗੱਲ ਪਹੁੰਚ ਜਾਂਦੀ ਹੈ। ਵਚਨ ਯਾਦ ਆਉਂਦਾ ਵੀ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਮੇਲ ਜੋਲ ਹੈ ਨਾ। ਹੈ ਨਹੀਂ ਜੀ। ਬਿਲਕੁਲ। ਆਪਾਂ ਯਾਨੀ ਕਿ ਵਿਸ਼ਵਾਸੀ ਹਾਂ, ਪ੍ਰਭੂ ਦੇ ਵਿੱਚ ਹਾਂ, ਤੇ ਮਸੀਹੀ ਪਰਿਵਾਰ ਦੇ ਵਿੱਚ ਹੀ ਆਪਾਂ ਆਪਣੇ ਬੱਚਿਆਂ ਨੂੰ ਰੱਖੀਏ। ਤੇ ਬਿਲਕੁਲ ਸਰ, ਬਿਲਕੁਲ। ਇਸ ਲਈ ਸਾਨੂੰ ਸਾਡੇ ਬੇਟੀਆਂ ਨੂੰ ਸਾਨੂੰ ਵਿਸ਼ਵਾਸੀਆਂ ਦੇ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ, ਤਾਂ ਕਿ ਉਹ ਵਿਆਹ ਤੋਂ ਬਾਅਦ ਵੀ ਆਪਣੀ ਪਵਿੱਤਰ ਜ਼ਿੰਦਗੀ ਜਿਹੜੀ ਯਿਸੂ ਮਸੀਹ ਨਾਲ ਬਿਤਾ ਸਕਣ। ਬਹੁਤ ਵਧੀਆ ਲੱਗਿਆ ਭਾਜੀ ਨਾਲ ਗੱਲਬਾਤ ਕੀਤੀ ਹੈ, ਤੇ ਇਹਨਾਂ ਦੀ ਗਵਾਹੀ ਵੀ ਤੇ ਕੁਝ ਮੈਸੇਜ ਵੀ ਸਾਨੂੰ ਸੁਣਨ ਨੂੰ ਮਿਲਿਆ। ਤੇ ਹੋਰ ਭਾਜੀ, ਇਸ ਤੋਂ ਇਲਾਵਾ ਕੁਝ ਨਵੇਂ ਭਾਈ ਭੈਣ ਸਾਨੂੰ ਦੇਖ ਰਹੇ ਹੋਣਗੇ ਜੀ ਸਰ, ਤੁਸੀਂ ਇਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਕੋਈ ਆਪਾਂ ਸਮਾਪਤ ਕਰੀਏ। ਹਾਂ ਜੀ, ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਸਾਰੇ ਵਿਸ਼ਵਾਸੀ ਭਾਈਆਂ ਨੂੰ। ਪਰਮੇਸ਼ਰ ਦਾ ਵਾਅਦਾ ਹੈ, ਬਾਈਬਲ ਦੇ ਇੱਕ ਸਾਲ ਦੇ ਵਿੱਚ 365 ਦਿਨ ਹੈ, ਔਰ 365 ਵਾਰ ਬਾਈਬਲ ਦੇ ਵਿੱਚ ਦਰਜ ਹੈ, ਮਤ ਡਰ, ਮੈਂ ਯਹੋਵਾ ਤੇਰੇ ਨਾਲ ਹਾਂ। ਅਸੀਂ ਜੋ ਪਰਮੇਸ਼ਰ ਨੇ ਸਾਨੂੰ ਆਗਿਆਵਾਂ ਦਿੱਤੀਆਂ ਨੇ, 10 ਆਗਿਆ, ਉਹਨੂੰ ਜ਼ਰੂਰ ਪੜ੍ਹੀਏ, ਉਸ 'ਤੇ ਅਮਲ ਕਰੀਏ, ਔਰ ਪਰਮੇਸ਼ਰ ਦਾ ਇੰਤਜ਼ਾਰ ਕਰੀਏ। ਉਹ ਵਾਅਦਾ ਕੀਤੀ ਜਗ੍ਹਾ 'ਤੇ ਤੁਹਾਨੂੰ ਜ਼ਰੂਰ ਲੈ ਕੇ ਜਾਏਗਾ। ਬਿਲਕੁਲ। ਇਸ ਲਈ ਜਲਦਬਾਜ਼ੀ 'ਚ ਕੋਈ ਡਿਸੀਜਨ ਨਾ ਲਈਏ। ਅਸੀਂ ਪ੍ਰੋਪਰ 6 ਦਿਨ ਅਸੀਂ ਕੰਮ ਕਰੀਏ, 7ਵਾਂ ਦਿਨ ਸਾਨੂੰ ਰੱਬ ਨੇ ਦਿੱਤਾ, ਅਸੀਂ ਉਹ ਸੰਗਤ 'ਚ ਜਾਈਏ। ਜਿਹੜਾ ਵੀ ਤੁਹਾਨੂੰ ਰੱਬ ਦਾ ਦਾਸ ਮਿਲਿਆ ਹੈ, ਉਹਦੇ ਨਾਲ ਆਗਿਆਕਾਰੀ ਨਾਲ ਚੱਲੀਏ। ਅਸੀਂ ਉਹ ਆਗਿਆਕਾਰੀ ਕਰਾਂਗੇ ਤਾਂ ਰੱਬ ਆਪਣੇ ਆਪ ਤੁਹਾਨੂੰ ਰਸਤਾ ਕੱਢੇਗਾ। ਔਰ ਸਭ ਤੋਂ ਵੱਡੀ ਗੱਲ ਹੈ, ਅਸੀਂ ਨਵੇਂ ਨਿਯਮ ਦੇ ਵਿੱਚ ਕਿੰਨੇ ਪ੍ਰੇਰਿਤ ਹੋਏ ਨੇ,
ਉਹਨਾਂ ਨੂੰ ਅਸੀਂ ਫੋਲੋ ਕਰੀਏ। ਹੂੰ ਉਹਨਾਂ ਨੇ ਕਿੰਨੇ ਦੁੱਖ ਝੱਲੇ, ਕਿੰਨਾ ਮੁਸੀਬਤਾਂ ਝੱਲੀਆਂ, ਆਰਿਆਂ ਨਾਲ ਕਟਾਏ ਗਏ, ਪੁੱਠੇ ਸਲੀਬ ਤੇ ਟੰਗੇ ਗਏ, ਲੇਕਿਨ ਉਹਨਾਂ ਨੇ ਇਨਕਾਰ ਨਹੀਂ ਕੀਤਾ। ਹੂੰ ਅੱਜ ਅਸੀਂ ਛੋਟੀ ਛੋਟੀ ਗੱਲ ਪਿੱਛੇ ਆਪ ਹੀ ਆਪਣੇ ਦਿਮਾਗ 'ਚ ਗੱਲਾਂ ਬਣਾ ਬਣਾ ਕੇ ਉਲਝੀ ਜਾਂਦੇ ਹਾਂ। ਬਾਈਬਲ ਤਾਂ ਇਹ ਗੱਲ ਕਹਿੰਦੀ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਤੂੰ ਆਪਣਾ ਬੋਝ ਮੇਰੇ ਤੇ ਡਾਲ ਦੇ, ਮੇਰਾ ਜੂਆ ਸਹਿਜ ਹੈ, ਤੂੰ ਉਹਨੂੰ ਉਠਾ ਲੈ। ਅਸੀਂ ਵੀ ਉਹ ਜ਼ਿੰਦਗੀ 'ਚ ਦਿਨ ਕੱਢੇ ਨਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਕੇ, ਜਦੋਂ ਸਾਡੇ ਲਵੇ ਪਰਮੇਸ਼ਰ ਦਾ ਸਾਨੂੰ ਠੰਡਾ ਪਾਣੀ ਪਿਲਾਉਣ ਦੇ ਲਈ ਸਾਡੇ ਘਰ ਨਹੀਂ ਹੁੰਦਾ ਸੀ। ਭਾਜੀ ਮੈਂ ਉਹ ਦਿਨਾਂ ਨੂੰ ਕਦੇ ਭੁੱਲਦਾ ਨਹੀਂ। ਔਰ ਪਰਮੇਸ਼ਰ ਨੇ ਇਹ ਕਿੱਡੀ ਵੱਡੀ ਮਤਲਬ ਗੱਲ ਕੀਤੀ ਕਿ ਵੋਲਟਾਸ ਦਾ ਫਰਿੱਜ ਜਿਹੜਾ ਹੈ ਏਜੰਸੀ ਜਿਹੜੀ ਪਹਿਲੀ ਵਾਰੀ ਸੁਨਾਮ 'ਚ ਆਈ ਸੀ, ਪਹਿਲਾ ਫਰਿੱਜ ਮੈਨੇ ਚੱਕਿਆ ਸੀ। ਹਾਲੇਲੂਇਆ, ਧੰਨਵਾਦ ਈਸ਼ਵਰ। ਹਾਂ ਫਿਰ ਤੁਸੀਂ ਇਹ ਦੇਖੋ ਵੀ ਮੋਟਰਸਾਈਕਲ, ਐਕਟਿਵਾ, ਔਰ ਪਰਮੇਸ਼ਰ ਨੇ ਨਵੀਂ ਗੱਡੀ ਵੀ ਦਿੱਤੀ, ਔਰ 1 ਨੰਬਰ ਦੀ ਕਮਾਈ 'ਚੋਂ ਮਿਲੀ। ਹਾਂ ਅਸੀਂ ਲੋਨ ਤੇ ਲਿੱਤੀ ਹੈ, 1 ਨੰਬਰ ਦੀ ਕਮਾਈ 'ਚੋਂ ਲਿੱਤੀ। ਹਾਂ ਉਹ ਮਤਲਬ ਅਸੀਂ ਸੋਚਿਆ ਸੀ ਤੇਲ ਕਿਵੇਂ ਪਾਇਆ ਕਰਾਂਗੇ। ਹਾਂ ਰੱਬ ਤੇਲ ਦਾ ਵੀ ਨਹੀਂ, ਕਦੇ ਗੱਡੀ ਖਾਲੀ ਨਹੀਂ ਖੜੀ। ਸੋ ਸਾਨੂੰ, ਮੈਂ ਸਾਰੇ ਵਿਸ਼ਵਾਸੀਆਂ ਨੂੰ ਇਹ ਕਹਿਣਾ ਚਾਹਾਂਗਾ, ਇਹ ਸਾਰੀ ਦੁਨਿਆਵੀ ਚੀਜ਼ਾਂ ਨੇ, ਇਹਨਾਂ ਤੇ ਮਨ ਨਹੀਂ ਲਾਣਾ। ਪਰਮੇਸ਼ਰ ਦਾ ਵਚਨ ਇਹ ਕਹਿੰਦਾ ਤੂੰ ਮੇਰੇ ਪਿੱਛੇ ਹੋ ਚੱਲ, ਬਾਕੀ ਚੀਜ਼ਾਂ ਤੇਰੇ ਪਿੱਛੇ ਆਉਣਗੀਆਂ। ਅਸੀਂ ਚੱਲਦੇ ਹੀ ਨਹੀਂ ਹੈ ਤਾਂ ਫਿਰ ਕਿਵੇਂ ਆਉਣਗੀਆਂ ਪਿੱਛੇ? ਲੋਕ ਕਹਿੰਦੇ 1 ਨੰਬਰ ਦੀ ਕਮਾਈ ਨਾਲ ਬਣਦਾ ਨਹੀਂ ਕੁਛ ਵੀ, ਮੈਂ ਕਹਿੰਦਾ 1 ਨੰਬਰ ਦੀ ਕਮਾਈ ਨਾਲ ਸਭ ਕੁਝ ਬਣਦਾ। ਤੁਹਾਡਾ ਧੀਰਜ ਜਿਹੜਾ ਰੱਖਣਾ ਬਹੁਤ ਜ਼ਰੂਰੀ ਹੈ। ਤੇ ਹੁਣੀ ਇੱਕ ਤੁਸੀਂ ਵਚਨ ਦਾ ਜ਼ਿਕਰ ਕੀਤਾ ਜੀ, ਇਬਰਾਨੀਆਂ ਦੇ ਵਿੱਚ ਹੈਗਾ ਉਹ ਵਚਨ, ਵਿਸ਼ਵਾਸੀਆਂ ਦੀ ਲਿਸਟ ਦੇ ਵਿੱਚ ਆਉਂਦਾ ਹੈਗਾ ਜੀ ਸੀ, ਵੀ ਉਹ ਜਿਹੜੇ ਪੁਰਾਣੇ ਲੋਕ ਸੀਗੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਜੀ ਸਰ, ਤੇ ਉਹ ਆਰਿਆਂ ਨਾਲ ਵੱਢੇ ਗਏ ਤੇ ਕਈ ਉਹ ਗੁਫਾਵਾਂ ਦੇ ਵਿੱਚ ਛੁਪ ਗਏ, ਪਰ ਉਹਨਾਂ ਨੇ ਪ੍ਰਭੂ ਦਾ ਇਨਕਾਰ ਨਹੀਂ ਕੀਤਾ ਨਾ। ਹੈ ਨਾ, ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਥੋੜਾ ਜਿਹਾ ਕੁਝ ਆਉਂਦਾ, ਮੁਸੀਬਤ ਆਉਂਦੀ ਹੈ, ਛੱਡ ਕੇ ਚਲੇ ਜਾਂਦੇ। ਲੋਕੀ ਕਹਿੰਦੇ ਆ ਅਸੀਂ ਤਾਂ ਪ੍ਰਭੂ ਨੂੰ ਮੰਨਦੇ ਹਾਂ ਤੇ ਇਹ ਸਾਡੇ ਜੀਵਨ 'ਚ ਕਿਉਂ ਹੋ ਗਿਆ? ਬਿਲਕੁਲ ਸਰ, ਹੈ ਨਾ, ਇਹ ਤੁਹਾਡੇ ਨਾਲ ਵੀ ਹੋਇਆ ਇਹ, ਤੇ ਲੇਕਿਨ ਤੁਸੀਂ ਪ੍ਰਭੂ ਨੂੰ ਛੱਡਿਆ ਨਹੀਂ। ਨਾ ਜੀ ਨਾ। ਨਾ ਦੇਖੋ ਇੱਕ ਚੀਜ਼ ਹੈ, ਤੁਸੀਂ ਦੂਰ ਨਾ ਜਾਓ। ਇੱਕ ਅਸੀਂ ਮੋਟਰਸਾਈਕਲ ਸਿਰਫ ਲੈਂਦੇ ਹਾਂ, ਦੂਰ ਨਾ, ਸਾਡੇ ਲਈ ਸਾਈਕਲ ਹੀ ਹੈ। ਹਾਂ ਹਾਂ, ਕੀ ਸਾਈਕਲ ਦੇ ਕਦੇ ਪੈਂਚਰ ਨਹੀਂ ਹੁੰਦਾ? ਹਾਂ ਹੁੰਦਾ। ਸਾਈਕਲ ਦੇ ਕਦੇ ਪੈਂਚਰ ਨਹੀਂ ਹੁੰਦਾ, ਜਾਂ ਉਹਦੇ ਕਦੇ ਬ੍ਰੇਕ ਫੇਲ ਨਹੀਂ ਹੁੰਦੇ, ਜਾਂ ਉਹਨੂੰ ਗਰੀਸ ਨਹੀਂ ਕਰਾਉਣਾ ਪੈਂਦਾ। ਜਿਹੜਾ 7ਵਾਂ ਦਿਨ ਆ ਉਹ ਵਰਕਸ਼ਾਪ ਹੈ ਸਾਡੀ। ਜਿਹੜਾ 7ਵਾਂ ਦਿਨ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਬਣਾਇਆ ਹੈ, ਯਹੋਵਾ ਪਰਮੇਸ਼ਰ ਨੇ ਬਣਾਇਆ, ਉਹ ਸਾਡੀ ਵਰਕਸ਼ਾਪ ਹੈ। ਉੱਥੇ ਸਾਨੂੰ ਸਿੱਖਣ ਨੂੰ ਮਿਲਦਾ ਅਸੀਂ ਕਿਵੇਂ ਆਪਣੀ ਗੱਡੀ ਨੂੰ ਧੋਣਾ, ਕਿਹੜੀਆਂ ਕਿਹੜੀਆਂ ਕਮੀਆਂ, ਕਿੱਥੇ ਕਿੱਥੇ ਮਿੱਟੀ ਲੱਗੀ ਹੈ, ਕਿੱਥੇ ਕਿੱਥੇ ਗਾਰਾ ਲੱਗਿਆ ਹੋਇਆ ਹੈ। ਉਹ ਵਚਨ ਸਾਨੂੰ ਉਸ ਗਾਰੇ ਨੂੰ ਧੋਂਦਾ ਹੈ। ਝੂਠ ਬੋਲਣ ਵੇਲੇ ਤਾਂ ਅਸੀਂ 1 ਮਿੰਟ ਲਾਉਂਦੇ ਹਾਂ, ਫਿਰ ਰੱਬ ਤੋਂ ਅਸੀਂ ਆਸੀਸ਼ਾਂ ਭਾਲਦੇ ਹਾਂ। ਸੋ ਰੱਬ ਸੱਚ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਹੈ। ਤੂੰ ਸੱਚ ਨੂੰ ਜਾਣ, ਸੱਚ ਤੈਨੂੰ ਆਜ਼ਾਦ ਕਰੇਗਾ। ਅਸੀਂ ਸੱਚ ਨੂੰ ਜਾਣਿਆ, ਰੱਬ ਨੇ ਸਾਨੂੰ ਆਜ਼ਾਦ ਕਰਤਾ। ਹੁਣ ਅਸੀਂ ਗੁਲਾਮ ਨਹੀਂ ਹਾਂ ਕਿਸੇ ਦੇ, ਅਸੀਂ ਸਿਰਫ ਗੁਲਾਮ ਕਿਹਦੇ ਹਾਂ? ਯਿਸੂ ਮਸੀਹ ਦੇ ਹਾਂ। ਹਾਲੇਲੂਇਆ। ਅਸੀਂ ਉਹਦੇ ਦਾਸ ਹਾਂ, ਉਹਦੇ ਗੁਲਾਮ ਹਾਂ ਅਸੀਂ। ਪ੍ਰਭੂ ਯਿਸੂ ਮਸੀਹ ਜਦ ਖੁਦ ਦਾਸ ਬਣ ਕੇ ਰਿਹਾ, ਆਪਣੇ ਪਿਤਾ ਦਾ ਗੁਲਾਮ ਬਣ ਕੇ ਰਿਹਾ, ਤਾਂ ਸਾਨੂੰ ਯਿਸੂ ਮਸੀਹ ਦਾ ਗੁਲਾਮ ਬਣ ਕੇ ਇੱਥੇ ਜ਼ਿੰਦਗੀ ਬਣਾਉਣੀ। ਜੋ ਕੁਛ ਯਿਸੂ ਮਸੀਹ ਕਹੇਗਾ ਅਸੀਂ ਉਹੀ ਕਰਨਾ, ਦੂਸਰਾ ਕੋਈ ਨਹੀਂ ਕਰਨਾ। ਇਨਸਾਨ ਜੋ ਮਰਜ਼ੀ ਕਹੀ ਜਾਵੇ। ਬਾਈਬਲ ਤੁਹਾਨੂੰ ਹਰ ਗੱਲ ਦੱਸਦੀ ਹੈ। ਬਾਈਬਲ ਨੂੰ ਪੜ੍ਹੋ, ਉਹ ਤੁਹਾਨੂੰ ਦੱਸੇਗਾ ਕਿੱਥੇ ਜਾਣਾ, ਕਿਉਂ ਜਾਣਾ, ਕਿੱਥੇ ਨਹੀਂ ਜਾਣਾ। ਜਦੋਂ ਅਸੀਂ ਪੜ੍ਹਦੇ ਹਾਂ ਆਪਣੇ ਜ਼ਬੂਰਾਂ ਦੀ ਪੋਥੀ 1 ਤੋਂ ਲੈ ਕੇ 3 ਤੱਕ, ਧੰਨ ਉਹ ਜਿਹੜਾ ਦੁਸ਼ਟਾਂ ਦੀ ਸੰਮਤੀ 'ਚ ਨਹੀਂ ਚੱਲਦਾ, ਨਾ ਪਾਪੀਆਂ ਦੇ ਮਾਰਗ 'ਚ ਖੜਾ ਹੁੰਦਾ, ਨਾ ਠੱਠਾ ਕਰਨ ਵਾਲਿਆਂ ਦੀ ਮੰਡਲੀ 'ਚ ਬਹਿੰਦਾ ਹੈ। ਉਹ ਮਨੁੱਖ ਧੰਨ ਹੈ। ਸੋ ਅਸੀਂ ਧੰਨ ਮਨੁੱਖਾਂ ਦੇ ਵਿੱਚ ਆਉਣਾ ਹੈ। ਔਰ ਨੀਤੀ ਵਚਨ ਇਹ ਕਹਿੰਦਾ ਜਿਹਨੂੰ ਬੁੱਧੀ ਦੀ ਕਮੀ ਹੈ ਉਹ ਮੇਰੇ ਤੋਂ ਮੰਗੋ, ਮੈਂ ਉਹਨੂੰ ਬਿਨਾਂ ਔਲਾਨਾ ਦੇਵਾਂਗਾ। ਹਾਲੇਲੂਇਆ। ਸੋ ਅੱਛੀ ਬੁੱਧੀ ਰੱਬ ਤੋਂ ਮਿਲਦੀ ਹੈ, ਇਨਸਾਨ ਨਹੀਂ ਦੇ ਸਕਦਾ। ਦੂਸਰਾ ਇੱਕ ਚੀਜ਼ ਮੇਰੇ ਹੁਣ ਜ਼ਿਹਨ ਦੇ ਵਿੱਚ ਆ ਗਈ। ਮੈਂ ਜਦੋਂ ਪ੍ਰਭੂ ਯਿਸੂ ਮਸੀਹ ਨਾਲ ਚੱਲਿਆ ਸੀ ਤਾਂ ਮੇਰੇ ਤੇ ਉਧਾਰ ਬਹੁਤ ਚੱਲਦਾ ਸੀ। ਉਧਾਰ। ਤੇ ਮੈਨੂੰ ਇੱਕ 12 ਸਾਲ ਦੀ ਲੜਕੀ, ਜਿਹੜੇ ਸਾਡੇ ਰਿਸ਼ਤੇਦਾਰਾਂ 'ਚੋਂ ਸੀ, ਸਮਾਣੇ ਤੋਂ ਸੀ, ਉਹਨੇ ਆ ਕੇ ਇੱਕ ਗੱਲ ਕਹੀ ਮੈਨੂੰ, ਪਤਾ ਨਹੀਂ ਕਿਸ ਤਰ੍ਹਾਂ ਰੱਬ ਨੇ ਉਹਦੇ ਦਿਮਾਗ ਦੇ ਵਿੱਚ ਪਾਈ। ਭਾਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਤੁਹਾਨੂੰ। ਮੈਂ ਪੁੱਤ ਕਹਿ। ਕਹਿੰਦੀ ਤੁਸੀਂ ਰੱਬ ਦੇ ਚੋਰ ਹੋ। ਮੈਂ ਕਿਹਾ ਭਾਈ ਮੈਂ ਚੋਰ ਕਿੱਥੋਂ ਆ? ਹੱਕ ਦੀ ਕਮਾਈ ਖਾਨਾ, ਹੱਕ ਦੇ ਪੈਸੇ ਆਉਂਦੇ ਨੇ ਤੇ ਮੈਂ ਚੋਰੀ ਕੀ ਕਰਾਂ? ਨਹੀਂ,
ਜਿਹੜਾ ਰੱਬ ਤੁਹਾਨੂੰ ਦਿੰਦਾ ਤੁਸੀਂ ਉਹਦਾ 10ਵਾਂ ਹਿੱਸਾ ਨਹੀਂ ਕਰਦੇ। ਮੈਂ ਕਿਹਾ ਵੀ ਇਹ ਤਾਂ ਗੱਲ ਤੇਰੀ ਸਹੀ ਹੈ। ਉਸ ਤੋਂ ਬਾਅਦ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਜਾਂਚਿਆ ਪਰਖਿਆ ਤੇ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਕਰਕੇ ਫਿਰ 10ਵੇਂ ਤੇ ਆ ਗਿਆ। ਅੱਜ ਮੈਂ 10ਵੇਂ ਤੋਂ ਵੀ ਵੱਧ ਕੱਢ ਰਿਹਾ ਪਰਮੇਸ਼ਰ ਦੇ ਲਈ, ਔਰ ਆਪਣੀ ਕਮਾਈ ਦਾ ਮੈਂ 100% ਜਿਹੜਾ ਹੈ ਆਪਣੀ ਸੇਵਾ ਦੇ ਲਈ ਲਾਉਣ ਨੂੰ ਤਿਆਰ ਹੋਇਆ ਪਿਆ ਹਾਂ। ਕੱਲ ਨੂੰ ਅਸੀਂ ਮਤਲਬ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਆਹ ਦੇਖੋ ਜੀ ਸਾਡਾ ਅਕਾਊਂਟ ਜਿਹੜਾ ਹੈ ਚਰਚ ਦਾ ਖੁਲਾਇਆ ਹੈ, ਇੱਕ ਐਂਟਰੀ ਸਾਡੀ ਟੈਲੀ ਕਰਦੀ ਹੈ। ਧੰਨਵਾਦ ਯਿਸੂ ਦਾ। ਤੇ ਇਹ ਸਨ ਭਾਈ ਪ੍ਰੇਮ ਲਾਲ ਜੀ ਸੁਨਾਮ ਤੋਂ, ਤੇ ਵਿਸ਼ਵਾਸੀ ਜੀਵਨ ਇਹਨਾਂ ਨੇ ਸ਼ੁਰੂ ਕੀਤਾ 1993 ਦੇ ਵਿੱਚ ਤੇ ਵਧੀਆ ਚੱਲ ਰਹੇ ਨੇ। ਯਾਨੀ ਕਿ ਈਸਾਈ ਨਹੀਂ ਬਣੇ, ਨਾ ਇਹਨਾਂ ਨੇ ਨਾਮ ਚੇਂਜ ਕੀਤਾ, ਸਹੀ ਬਣ ਗਏ, ਧਰਮੀ ਬਣ ਗਏ। ਪ੍ਰਭੂ ਯਿਸੂ ਮਸੀਹ ਦਾ ਲਹੂ ਸਾਨੂੰ ਧਰਮੀ ਬਣਾਉਂਦਾ, ਬਿਲਕੁਲ। ਔਰ ਤੁਸੀਂ ਧਰਮੀ ਬਣ ਗਏ। ਧਰਮੀ ਜੀ, ਜੋ ਤੁਸੀਂ ਪਹਿਲਾਂ ਪੁੱਠੇ ਕੰਮ ਕਰਦੇ ਸੀ ਤੇ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਛੱਡਣ ਦੀ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਛੁਡਾ ਦਿੱਤੇ, ਇਹਨਾਂ ਨੂੰ ਆਜ਼ਾਦ ਕੀਤਾ। ਜੇ ਉਹੀ ਹੁਣੀ ਭਾਜੀ ਨੇ ਕਿਹਾ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਤੇ ਇਹਨਾਂ ਨੇ ਭਾਜੀ ਨੇ ਸੱਚਾਈ ਨੂੰ ਜਾਣਿਆ ਤੇ ਸੱਚਾਈ ਨੇ ਇਹਨਾਂ ਨੂੰ ਆਜ਼ਾਦ ਕੀਤਾ। ਇੱਕ ਪੁਰਾਣਾ ਗੀਤ ਆ ਸਾਡਾ, ਉਹ ਗਾਇਆ ਅਸੀਂ ਗਾਇਆ ਕਰਦੇ, ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣ ਰੱਬ ਦਾ, ਜਿਹੜੇ ਕੰਮ ਆਇਆ ਉਸ ਕੰਮ ਕਿਉਂ ਨਹੀਂ ਲੱਗਦਾ। ਅਸੀਂ ਜਿਹੜੇ ਕੰਮ ਲਈ ਰੱਬ ਨੇ ਸਾਨੂੰ ਭੇਜਿਆ ਉਹ ਕੰਮ ਨੂੰ ਲੱਗੇ ਅਸੀਂ। ਹਾਲੇਲੂਇਆ। ਔਰ ਜਿਹੜੀ ਤੁਹਾਨੂੰ ਨੌਕਰੀ ਦਿੱਤੀ ਹੈ, ਜਿਹੜਾ ਤੁਹਾਨੂੰ ਕੰਮ ਦਿੱਤਾ, ਅਸੀਂ ਉਹਦਾ ਆਦਰ ਕਰੀਏ, ਸਤਿਕਾਰ ਕਰੀਏ ਵੀ ਇਹ ਕੰਮ ਸਾਨੂੰ ਪ੍ਰਭੂ ਨੇ ਦਿੱਤਾ, ਇਹ ਸਾਨੂੰ ਕੰਮ ਪ੍ਰਭੂ ਨੇ ਦਿੱਤਾ। ਉਹਨੂੰ ਇਮਾਨਦਾਰੀ ਨਾਲ ਕਰੋ ਤਾਂ ਤੁਹਾਡੇ ਘਰ ਵਿੱਚ ਬਰਕਤ ਪੱਕਾ। ਠੀਕ ਹੈ ਜੀ, ਧੰਨਵਾਦ ਭਾਜੀ। ਜੈ ਮਸੀਹ ਜੀ, ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ। ਤੁਹਾਨੂੰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ। ਪਰਮੇਸ਼ਰ ਸਾਰੀ ਕਲੀਸਿਆ ਨੂੰ ਸਾਨੂੰ ਆਸ਼ੀਸ਼ ਦੇਵੇ।